लगा। डर ना मेरे बच्चे, इसका एक उपाय भी मेरे पास। मैं क्या हुक्म सुनाऊं महाराज, बंदा आपका दास है। जागना केड़ी औखी गल है। मेरा बचना मुश्किल बात है, लगता मेरा बचना मुश्किल बात है, मेरा दिलों का दी रात है। रात आखिरी, शायद रात अखीरी मेरी जिंदगी थी, पर मैं जागने की पूरी कोशिश करांगा। नींद दे पेश में चाहे मौत कदे ना मरांगा। भी पूछा सी मैं उस फकीर नूं, महाराज ये सजा है मैनू केड़े पाप दी? तो फकीर आखन लगा, बच्चिया तू नाटककार है, नाटक लिखदा ते लिख के खेड़दा है। भले लोग जो आके फस जांदे ने, ना वो सौंदे ने ते ना नाटक मानदे ने। उससे पाप दी तेनू ये सजा है ते दर्शक मंडल दी भी हो रजा है। हाथ ला लिया भाई, नाटक नाल ना रखांगा कोई भी वास्ता। छड्डे विषय प्लॉट कथा कहानियां, छड्डियां नाटक खेडण वालियां सारियां कहानियां। सुनसान इलाके दे विच किवें हो सकता है? निरियां लाटां, ना दीवे ना बत्तियां, सिर्फ जोतां, हवा दे विच तरदियां जोतां।
ਨਾਲੋਂ ਪਹਿਲਾਂ। ਅੜੀਏ ਤੈਨੂੰ ਤੇ ਪਤਾ ਹੈ ਨਾ ਕਿ ਸਾਡੇ ਘਰ ਦਾ ਮਾਲਕ ਕਿੰਨਾ ਕੰਜੂਸ ਹੈ। ਆਪਣੇ ਘਰ ਵਾਲੀ ਦੇ ਹੱਥ ਤੇ ਕਾਣੀ ਕੌਡੀ ਵੀ ਨਹੀਂ ਧਰਦਾ। ਨਹੀਂ ਉਹਨੂੰ ਵਹਿਮ ਹੈ ਕਿ ਮੇਰੇ ਘਰ ਵਾਲੀ ਬੜੀ ਖਰਚੀਲੀ ਹੈ, ਇਸ ਲਈ ਘਰ ਦਾ ਲੂਣ ਤੇਲ ਆਪਣੇ ਹੱਥ ਨਾਲ ਸੋਨੇ ਵਾਂਗੂ ਤਲਵਾ ਕੇ ਲਿਆਉਂਦਾ। ਤੋਲਾ ਮਾਸਾ ਨਹੀਂ ਕੱਲ ਤਕਾਲੀ ਖੋਪੀਏ ਵੇਲੇ ਜੈ ਖਾਣਿਆਂ ਦਾ ਤੇਲ ਮੁੱਕ ਗਿਆ ਤੇ ਜਿਹੜੀ ਸਰੋਂ ਦੇ ਤੇਲ ਵਾਲੀ ਬੋਤਲ ਸੀ ਨਾ ਉਹ ਤੇ ਭਾਂ ਕਰੇ, ਜਿਹੜੀ ਮਿੱਟੀ ਦੇ ਤੇਲ ਵਾਲੀ ਪੀਪੀ ਸੀ ਉਹ ਕਹਿੰਦੀ ਮੈਨੂੰ ਤਾਂ ਹੱਥ ਹੀ ਨਾ ਲਾ। ਬਸ ਫੇਰ ਕੀ ਸੀ, ਨਖਿੱਦਿਆਂ ਨੇ ਨੇਰੇ ਬਹਿ ਕੇ ਰੋਟੀ ਨਿਗਲੀ ਤੇ ਬਿਸਰਿਆਂ ਦੇ ਵਿੱਚ ਵੜ ਗਏ। ਆਪਾਂ ਨੂੰ ਮਿਲ ਗਈ ਛੁੱਟੀ। ਤੁਹਾਡਾ ਵੀ ਕੋਈ ਘਰ ਹੈ? ਸਾਡੇ ਘਰ ਆ ਕੇ ਦੇਖੋ, ਦੇਸੀ ਘਿਓ ਦੇ ਦੀਏ ਬਲਦੇ ਨੇ। ਦੇਸੀ ਘਿਓ ਦੇ ਨਹੀਂ ਬਲਦੇ ਹੋਣੇ ਐ। ਤੂੰ ਸ਼ੁਕਰ ਕਰ ਮੈਂ ਹਰ ਰਾਤ ਤੇਰੇ ਕੋਲ ਆ ਤੇ ਜਾਨੀ ਆ। ਜਿਹੜੀ ਮਿੱਟੀ ਦੇ ਤੇਲ ਵਾਲੀ ਐ ਉਹ ਤੇ ਮਹੀਨਾ ਮੂੰਹ ਨਹੀਂ ਵਿਖਾਉਂਦੀ। ਆ ਗਈ ਗੱਲਾਂ ਕਰਦੀਆਂ ਬਹੁਤੀਆਂ ਆਈ ਹੋਣੀਆਂ ਪਾਈਆਂ ਤੇ ਮੈਂ ਤੇ ਅੱਜ ਕੱਲ ਸਵਖਤ ਹੀ ਆ ਜਾਇਆ ਕਰਨਾ। ਵੀ ਐਸਾ ਕਿਹੜਾ ਤੇਰੇ ਮੰਤਰ ਹੱਥ ਆ ਗਿਆ? ਮੰਤਰ ਕੋਈ ਨਹੀਂ, ਇੱਕ ਸ਼ੁਭ ਘਟਨਾ ਹੋ ਗਈ। ਆ ਹਾਰਮੋਨੀਅਮ ਵਾਲਿਆ, ਹਾਰਮੋਨੀਅਮ ਦੀ ਦੋ ਚੂੰਡੀਆਂ ਵਾਟੇ ਦੀ ਚੂੰ ਸ਼ੁਭ ਘਟਨਾ। ਓਹ ਵਾਹ ਵਾਹ ਨੀ ਸਾਡੇ ਘਰ ਦੇ ਤਾਈ ਦੀ ਵਾਹ ਵਾਹ ਇੱਕ ਮਾਂ ਦੀ ਬੁਗੜੀ ਨਹੀਂ ਆਣਗੇ ਹੁਣ ਸਾਲਾਂ ਤੋਂ ਉਹ ਰੋਗਣ ਦੋਗਲੇ ਨੀਸੀ ਮੰਜੇ ਤੇ ਤੇਰੀ ਸਾਰੀ ਰਾਤ ਉਹ ਖੋ ਕਰਦੀ ਉਹਦੀ 90 ਉਮਰ ਬਟੇਰੀ ਨੀ ਨਾ ਉਹਨੂੰ ਮੌਤ ਤੇ ਨਾ ਉਹਨੂੰ ਨੀਂਦਰ ਆਵੇ। ਉਹਦੀ ਜਾਨ ਦੁੱਖਾਂ ਨੇ ਘੇਰੀ, ਦੁੱਖਾਂ ਸੁੱਖ ਦਿਆ ਸ਼ੁਕਰ ਹੈ। ਇਹ ਅੱਜ ਦਿਨ ਆਇਆ ਉਹਦੀ ਰੱਬ ਨੇ ਉਹ ਦਿਨ ਫੇਰੀ ਮਾਰ ਕੇ ਫੂਕ ਮਾਰ ਕੇ ਫੂਕ ਦੀਵੇ ਨੂੰ ਸੋ ਗਈ ਕਿਤੇ ਕੋੜੀ ਨਾਲ ਬਛੇਰੀ। ਇਹ ਇੱਧਰ ਮੇਰੇ ਵੱਲ ਦੇਖ, ਕੱਪੜ ਖਾਈ ਜਾਨੀ ਹੈ। ਫਿਰ ਕੀ ਹੋਇਆ? ਹਾਏ ਬੁੱਢੜੀ ਦੀ ਜਾਨ ਛੁੱਟ ਗਈ, ਉਹ ਬੁੱਢੜੀ ਦੀ ਜਾਨ ਛੁੱਟ ਗਈ, ਹੋ ਗਈ ਜਾਨ ਸਰਕਾਰੀ। ਏਦਾਂ ਹੋਇਆ ਮੇਰੇ ਘਰ 'ਚ। ਮਾਰੀ ਤੁਹਾਡੀ ਸਾਰੀਆਂ ਦੀ ਕਿਸਮਤ ਚੰਗੀ ਹੈ, ਇੱਕ ਮੇਰਾ ਪਤਾੜਾ ਖਰਾਬ ਹੈ। ਉਹ ਕੀ ਹੋ ਗਿਆ ਤੇਰੇ ਸਿਤਾਰੇ ਨੂੰ? ਨੀ ਕੁੜੇ ਗੱਲ ਹੈ ਬੜੀ ਮਜ਼ੇਦਾਰ। ਨੀ ਜਿਹੜੀ ਮੇਰੀ ਮਾਲਕਣ ਹੈ ਨਾ ਹੈ ਬੜੀ ਸੋਹਣੀ, ਸੱਖ ਮਰਮਰ ਦੇ ਬੁੱਤ ਵਰਗੀ। ਨੀ ਇਸ ਲਈ ਉਹ ਸਭ ਕੁਝ ਚਾਨਣ ਵਿੱਚ ਹੁੰਦਾ ਹੈ ਜਿਹੜਾ ਹਨੇਰੇ ਚ ਹੋਣਾ ਚਾਹੀਦਾ। ਨੀ ਤੈਨੂੰ ਸੰਗ ਨਾ ਆਈ? ਨਹੀਂ ਪਹਿਲਾਂ ਤਾਂ ਸੰਗ ਦੇ ਨਾਲ ਮੈਂ ਲਾਲ ਸੂਈ ਹੋ ਜਾਂਦੀ ਸੀ। ਅੱਛਾ ਫਿਰ ਮੈਂ ਸੋਚਿਆ ਮਨਾ ਵੀ ਜਦ ਇਹਨਾਂ ਨੂੰ ਸੰਗ ਨਹੀਂ ਆਉਂਦੀ ਤਾਂ ਮੈਂ ਕਾਹਤੋਂ ਸੰਗਾ। ਦਰਸ਼ਕੋ, ਮੈਨੂੰ ਇੱਕ ਬਜ਼ੁਰਗ ਨੇ ਦੱਸਿਆ ਸੀ ਕਿ ਜਦੋਂ ਰਾਤੀ ਸਾਰੇ ਦੀਵੇ ਬੁੱਝ ਜਾਂਦੇ ਨੇ ਤੇ ਉਹਨਾਂ ਦੀਆਂ ਲਾਟਾਂ ਪਿੰਡ ਦੇ ਬਾਹਰ ਵਾਲੀ ਥਾਂ ਤੇ ਇਕੱਠੀਆਂ ਹੁੰਦੀਆਂ ਨੇ ਤੇ ਆਪੋ ਦੇ ਵਿੱਚ ਗੱਲਾਂ ਬਾਤਾਂ ਕਰਕੇ ਆਪਣੀ ਰਾਤ ਗੁਜ਼ਾਰਦੀਆਂ ਨੇ। ਲੱਗਦਾ ਹੈ ਇਹ ਉਹੀ ਥਾਂ ਹੈ। ਨਹੀਂ ਸਾਡੇ ਘਰ ਦੇ ਵਿੱਚ ਇੱਕ ਰਫੜਾ ਹੋ ਗਿਆ। ਇੱਧਰ ਆਓ ਆਜੋ ਨਹੀਂ ਆਜੋ। ਸਾਡੇ ਘਰ ਦੇ ਵਿੱਚ ਭਾਈ ਇੱਕ ਬੁੜੀ ਬੁੜਾ ਰਹਿੰਦੇ ਨੇ। ਬੁੜੀ ਨੇ ਰੋਟੀ ਪਕਾਈ, ਰੋਟੀ ਖਵਾਈ, ਭਾਂਡੇ ਟਿੰਡੇ ਮਾਂਜੇ, ਰਸੋਈ ਸਾਫ਼ ਕਰਕੇ ਬੁੜੀ ਉੱਤੇ ਗਈ ਜਿੱਥੇ ਬੁੜਾ ਸੁੱਤਾ ਪਿਆ ਸੀ। ਕੀ ਦੇਖਦੀ ਹੈ? ਇੱਕ ਸੋਹਣੀ ਸੁਨੱਖੀ ਔਰਤ ਰੇਸ਼ਮੀ ਕੱਪੜਿਆਂ 'ਚ ਲਿਪਟੀ ਹੋਈ ਖੜੀ ਹੈ। ਜਦ ਔਰਤ ਨੇ ਬੁੜੀ ਨੂੰ ਦੇਖਿਆ ਉਹ ਤਾਂ ਹਰਨੀ ਹੋ ਗਈ, ਕਿਤੇ ਹਨੇਰੇ 'ਚ ਗਵਾਚ ਗਈ। ਬੁੜੀ ਨੇ ਚੱਕ ਲਿਆ ਡੰਡਾ, ਵੇ ਬੁੜਿਆ ਚੋਰਿਆ, ਇਸ ਉਮਰੇ ਆਸ਼ਕੀ ਕਰਦਾ ਹੈ? ਦੱਸ ਉਹ ਕੁੜੀ ਕੌਣ ਸੀ? ਬੁੜਾ ਕਹਿੰਦਾ ਭਾਈ ਮੈਨੂੰ ਨਹੀਂ ਪਤਾ। ਕੁੜੀ ਕੌਣ ਸੀ? ਤੁਹਾਡੇ ਘਰ ਕਿੱਥੋਂ ਆਈ ਸੀ?
ਅਸੀਂ ਸਾਰੀਆਂ ਤੇਰੇ ਨਾਲ ਹਾਂ। ਸਾਰੀ ਰਾਤ ਤੇਰੀ ਕਹਾਣੀ ਸੁਣਾਂਗੀਆਂ ਤੇ ਤੇਰਾ ਹੁੰਗਾਰਾ ਭਰਾਂਗੀਆਂ। ਰੱਬ ਤੁਹਾਡਾ ਭਲਾ ਕਰੇ ਜੀਨ ਜੋਗਿਓ, ਤੁਸੀਂ ਝੁਕ ਝੁਕ ਜਗਦੀਆਂ ਰਹੋ। ਪਰ ਮਸਲਾ ਇਹ ਹੈ ਕਿ ਤੁਸੀਂ ਸਾਰੇ ਮੇਰੀ ਕਹਾਣੀ ਸੁਣ ਤਾਂ ਸਕਦੀਆਂ ਹੋ, ਪਰ ਉਸ ਨੂੰ ਅੱਗੇ ਨਹੀਂ ਸੁਣਾ ਸਕਦੀਆਂ। मैं तेरी कहानी सुनाऊंगा, तू मैनू अपनी कहानी सुना। मैं सारी रात बैठ के तेरी कहानी जरूर सुनाऊंगा। इस दिन तुझे रखे कि मैं कौन हाँ, पर मैं तेरी कहानी जरूर सुनाऊंगा। ਤੂੰ ਸੁਣੇਗਾ ਮੈਨੂੰ? हाँ मैं सुनाऊंगा तेनू। ਚੰਗਾ ਫਿਰ ਮੈਨੂੰ ਥੱਲੇ ਤਾਂ ਛੱਡ ਦੇ। ਜੇ ਤੂੰ ਮੈਨੂੰ ਥੱਲੇ ਨਹੀਂ ਛੱਡਦਾ ਤੇ ਫਿਰ ਮੈਂ ਅਦਾਕਾਰੀ ਕਿਵੇਂ ਕਰਦੀ? ਪਰ ਠਹਿਰ, ਮੇਰੀ ਵੀ ਇੱਕ ਸ਼ਰਤ ਹੈ। शर्त है तेरी। ਮੇਰੀ ਸ਼ਰਤ ਹੈ ਕਿ ਮੇਰੀ ਕਹਾਣੀ ਜਿਹੜੀ ਤੂੰ ਸੁਣੇਗਾ ਨਾ ਉਹ ਅੱਗੇ ਵੀ ਸੁਣਾਏਗਾ। ले जरूर सुनावांगा। जिवें जिंदा रहते हो तो मेरा जिंदा रहना बहुत ज्यादा जरूरी है, पर ठहर, मेरी भी एक शर्त है। ਦੱਸ ਆਪਣੀ ਸ਼ਰਤ। मेरी शर्त है कि कहानी सुनते हुए मैनू नींद नहीं आनी चाहिए। ਭਲਾ ਇਹ ਵੀ ਕੋਈ ਕਹਿਣ ਵਾਲੀ ਗੱਲ ਹੈ? ਮੈਨੂੰ ਤੂੰ ਹੀ ਦੱਸ, ਉਹ ਕਹਾਣੀ ਕੀ ਹੋਈ ਜਿਹਨੂੰ ਸੁਣਦਿਆਂ ਸੁਣਨ ਵਾਲੇ ਨੂੰ ਨੀਂਦ ਆ ਜਾਵੇ? तो फिर शुरू कर अपनी कहानी। ਠੀਕ ਹੈ। ਇੱਕ ਸੀ ਕੁੜੀ ਜਵਾਨ ਜਹਾਨ ਲੋਕੋ, ਉਹਦਾ ਪਲਾ ਜਿਹਾ ਸੀ ਕੋਈ ਨਾਮ ਲੋਕੋ। ਉਹ ਛੱਡੋ ਜੀ ਨਾਮ ਦੇ ਵਿੱਚ ਕੀ ਰੱਖਿਆ ਹੈ, ਐਵੇਂ ਨਾਮ ਤੇ ਆਓ ਇਲਜ਼ਾਮ ਲੋਕੋ। ਕੱਲੀ ਲਾਡਲੀ ਧੀ ਸੀ ਮਾਪਿਆਂ ਦੀ, ਪਿਆਰ ਨਾਲ ਉਹਨੂੰ ਰਾਣੀ ਆਖਦੇ ਸੀ। ਉਹਦੇ ਵਾਲ ਲੰਮੇ ਸੋਹਣੇ ਸ਼ਾਹ ਕਾਲੇ, ਕਾਲੇ ਨਾਗ ਜੋ ਪਲਮ ਦੇ ਜਾਪਦੇ ਸੀ। ਜੇ ਉਹ ਖੋਲ ਦਿੰਦੀ ਪਹਿਲਾਂ ਵਾਂਗ ਵਗਦੇ ਤੇ ਆਣ ਕੇ ਉਹਦੀ ਕਾਜੇਬ ਚੁੰਮਣ। ਉਹਦੀ ਚੜ੍ਹਦੀ ਜਵਾਨੀ ਨੂੰ ਵੇਖ ਮਾਪੇ ਵਰਦੀ ਪਾਲ ਅੰਦਰ ਪਿੰਡੋਂ ਪਿੰਡ ਘੁੰਮਣ। ਕੱਲਾ ਪੁੱਤ ਲੱਭਿਆ ਉਹਨਾਂ ਮਾਪਿਆਂ ਦਾ ਜਿਹੜੇ ਚਿਰਾਂ ਤੋਂ ਰੱਬ ਨੇ ਖੋਹ ਲਏ ਸਨ। ਸਿਰ ਤੇ ਸੱਸ ਨਾਲ ਸਹੁਰੇ ਦਾ ਰੋਗ ਹੋ, ਐਸੀ ਗੱਲ ਨੇ ਮਾਪਿਓ ਮੋਹ ਲਏ ਸਨ। ਉਹਦਾ ਨਾਂ ਸੀ ਬੜਾ ਆਮ ਜਿਹਾ, ਪਤਾ ਨਹੀਂ ਕੀ ਨਾਂ ਸੀ। ਚਲੋ ਕੋਈ ਗੱਲ ਨਹੀਂ, ਆਪਾਂ ਕੋਈ ਨਾਂ ਰੱਖ ਲੈਂਦੇ ਆ। ਤੁਸੀਂ ਦੱਸੋ ਜੀ, ਸੋਹਣ ਮੋਹਨ ਰੱਖ ਲਈਏ ਤੇ ਕਿਸ਼ਨ ਬਿਸ਼ਨ ਕਿਹੋ ਜਿਹਾ ਰਹੇਗਾ? ਹੁਣ ਮੈਨੂੰ ਤੁਸੀਂ ਦੱਸੋ, ਰਾਮ ਸ਼ਾਮ ਵਿੱਚੋਂ ਕਿਹੜਾ ਰੱਖੀਏ? ਨਹੀਂ ਇਸ ਤਰ੍ਹਾਂ ਕਰਨੇ ਆ, ਆਪਾਂ ਇਹਦਾ ਨਾਮ ਸ਼ਾਮਾ ਰੱਖ ਲੈਂਦੇ ਆ। ਸ਼ਾਮਾ ਵਧੀਆ। चंगी तरह देख ले,
ਸਮਾਨ ਆ ਗਿਆ? हाँ जी। ਚੰਗਾ, ਮੈਂ ਚੱਲਿਆ, ਕੱਲ ਨੂੰ ਆਵਾਂਗਾ। मैं क्या जी? सुनियो। जी कल रात मैनू कली नू बहुत डर लगा। ਪਾਣੀ ਫੜਾ। काली शाहरात सांसा करती सी। ਸਬਜ਼ੀ ਪਾ। मैं सारी रात अखा विच गुजारी। ਮੈਨੂੰ ਇਹ ਗੱਲਾਂ ਬਿਲਕੁਲ ਪਸੰਦ ਨਹੀਂ। ਮੈਂ ਕਦ ਆਵਾਂ ਕਦ ਜਾਵਾਂ ਮੇਰੀ ਮਰਜ਼ੀ। ਘਰ ਦਾ ਰਾਸ਼ਨ ਮੁੱਕ ਜਾਵੇ ਤਾਂ ਮੈਨੂੰ ਆਖੀ। ਜ਼ਿਆਦਾ ਸਵਾਲ ਜਵਾਬ ਕਰਨ ਦੀ ਲੋੜ ਨਹੀਂ। ਚੱਲਿਆ ਮੈਂ, ਕੱਲ ਨੂੰ ਆਵਾਂਗਾ ਜਾਂ ਫਿਰ ਪਰਸੋਂ। ते ऐसे तरह दिन बीतते गए। ਕੁੱਤਾ ਪੈ ਗਿਆ ਮਾਂ। मैं तन्नू इन्नी बारी कहा तन्नू उस वाली को बाहर लेके जाना। कुत्ता फिर अपने मगर मर गया। मेरी गठड़ी। ਮਾਂ ਮੈਨੂੰ ਤੇਰੀ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ। ਸਵੇਰੇ ਸਵੇਰੇ ਦੂਜਿਆਂ ਦੇ ਮਾਮਲੇ 'ਚ ਟੰਗ ਅੜਾਉਣ ਲੱਗ ਪੈਂਦੀ ਹੈ। ਤੇ ਨਾਲੇ ਮਾਂ ਤੂੰ ਸ਼ਾਮੀ ਨੂੰ ਨਹੀਂ ਜਾਣਦੀ। ਉਹਨੂੰ ਤਾਂ ਗਲਤੀ ਨਾਲ ਮਨੁੱਖੀ ਜਾਮਾ ਮਿਲ ਗਿਆ। ਉਹ ਤਾਂ ਕੋਈ ਜਾਨਵਰ ਹੈ ਜਾਨਵਰ। ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਮਾਂ ਤਾਂ ਉਹਨੇ ਤਾਂ ਆਪੇ ਤੋਂ ਬਾਹਰ ਹੋ ਜਾਣਾ ਹੈ। ਨਾਲ ਮੈਨੂੰ ਇਹ ਦੱਸ ਤੂੰ ਸ਼ਾਮੇ ਦੇ ਘਰ 'ਚ ਦਖਲ ਦੇ ਕੇ ਕੀ ਲੈਣਾ ਹੈ? ਦੇਖ ਪੁੱਤ, ਉਹ ਜਿਹਾ ਜਿਹਾ ਵੀ ਹੈ ਸੰਤੀ ਦਾ ਪੁੱਤਰ ਹੈ। ਸੰਤੀ ਤੇ ਮੈਂ ਭੈਣਾਂ ਤੋਂ ਵੀ ਵੱਧ ਸਗੀਆਂ ਸੀ। ਵਿਚਾਰੀ ਸੰਤੀ, ਉਹਦੇ ਕਰਮਾਂ 'ਚ ਪੁੱਤ ਦਾ ਮੂੰਹ ਨਹੀਂ ਸੀ ਵੇਖਣਾ ਲਿਖਿਆ। ਇਹਦੇ ਜੰਮਦਿਆਂ ਹੀ ਮਰ ਗਈ। ਨਾ ਹੁਣ ਸੁੱਖ ਨਾਲ ਉਹਦੇ ਘਰ ਨੂੰ ਆਈ ਹੈ ਤੇ ਮੈਂ ਕਿਵੇਂ ਨਾ ਜਾਵਾਂ ਹਾਲ ਚਾਲ ਪੁੱਛਣ। ਤੇਰੇ ਭਾ ਦਾ ਤਾਂ ਹੋਇਆ ਹੀ ਕੁਝ ਨਹੀਂ। ਮੈਂ ਸਾਰੀ ਰਾਤ ਤੇਰੀ ਗੱਲ ਸੁਣ ਕੇ ਸੁੱਤੀ ਨਹੀਂ ਵੀ ਘਰੇ ਸੱਜ ਵਿਆਹੀ ਬੈਠੀ ਹੈ ਤੇ ਸ਼ਾਮਾਂ ਉਸ ਰੰਡੀ ਦੀਆਂ ਗਲੀਆਂ ਕੱਚਦਾ ਫਿਰਦਾ। ਮਾਂ ਮੈਂ ਤਾਂ ਗਲਤੀ ਕਰ ਬੈਠਿਆ ਤੈਨੂੰ ਗੱਲ ਦੱਸ ਕੇ। ਹੁਣ ਤੈਨੂੰ ਨੀਂਦ ਨਹੀਂ ਆਣੀ ਤੇ ਤੂੰ ਮੈਨੂੰ ਚੈਨ ਨਹੀਂ ਲੈਣ ਦੇਣਾ। ਮੈਂ ਤਾਂ ਨਹੀਂ ਤੈਨੂੰ ਕਦੇ ਕਿਹਾ ਮੈਨੂੰ ਕਨੇੜੀ ਚੁੱਕੀ ਫਿਰ। ਦੱਸ ਕਦੇ ਕਿਹਾ? ਮੈਂ ਅੰਨੀ ਸਹੀ ਪਰ ਇਹਨਾਂ ਗਲੀਆਂ ਨੂੰ ਵਰਿਆਂ ਤੋਂ ਜਾਣਦੀ ਆ। ਮਾਂ ਤੈਨੂੰ ਇੱਕ ਗੱਲ ਦੱਸਾਂ, ਜਦੋਂ ਵੀ ਮੈਂ ਹਨੂਮਾਨ ਜੀ ਦੇ ਮੰਦਿਰ ਜਾਣਾ ਤਾਂ ਉੱਥੇ ਜਾ ਕੇ ਇਹੀ ਬੇਨਤੀ ਕਰਦਾ ਬਈ ਹੇ ਬਜਰੰਗ ਬਲੀ ਮੈਨੂੰ ਸ਼ਕਤੀ ਦੇ। ਇਸ ਵਾਸਤੇ ਨਹੀਂ ਕਿ ਮੈਂ ਲੜ ਸਕਾਂ ਜਾਂ ਕੁਸ਼ਤੀ ਕਰ ਸਕਾਂ, ਬਲਕਿ ਇਸ ਵਾਸਤੇ ਕਿ ਮੈਂ ਆਪਣੀ ਪਿਆਰੀ ਜੀ ਅੰਮਾ ਦੀ ਸੇਵਾ ਕਰ ਸਕਾਂ। ਜਿਉਂਦਾ ਰਹਿ ਪੁੱਤ, ਜਵਾਨੀਆਂ ਮਾਨ। ਕੇਸ਼ੋ,
ਕੇਸ਼ਵ ਕੀ ਹੋਇਆ? ਕੁਛ ਨਹੀਂ ਮਾਂ। ਮਾਂ ਇੱਥੋਂ ਸ਼ਾਮੇ ਦੇ ਘਰ ਦਾ ਸਾਹਮਣਾ ਬਹੁਤ ਬਿਲਕੁਲ ਸਾਫ਼ ਦਿਸਦਾ ਹੈ। ਸ਼ੁਕਰ ਹੈ, ਰੱਬ ਦਾ ਲੱਖ ਲੱਖ ਸ਼ੁਕਰ ਹੈ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੈਂ ਸੋਚਿਆ ਖਰਾ ਤੈਨੂੰ ਫੇਰ ਉਸ ਬਦਰੂ ਨੇ ਦਿਖਾਲੀ ਦਿੱਤੀ ਹੈ ਜਿਹਦੇ ਬਾਰੇ ਤੂੰ ਕਹਿਣਾ ਹੁੰਨਾ। ਪਤਾ ਨਹੀਂ ਉਹ ਕੋਈ ਚੁੜੇਲ ਹੈ ਜਾਂ ਕੋਈ ਪਰੀ। ਮਾਂ ਨਾ ਉਹ ਕੋਈ ਚੁੜੇਲ ਹੈ ਨਾ ਪਰੀ ਹੈ। ਜਦੋਂ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਮਾਂ, ਉਦੋਂ ਤੂੰ ਮੇਰੀ ਗੱਲ ਸੁਣਦੀ ਨਹੀਂ, ਤੇ ਹੁਣ ਜਦੋਂ ਮੇਰੇ ਚਿੱਤ ਖਿਆਲ ਵਿੱਚ ਵੀ ਨਹੀਂ ਹੈ ਤੂੰ ਉਹਦਾ ਨਾਮ ਜਪੀ ਜਾਂਦੀ ਹੈ। ਅੱਛਾ ਚੱਲ ਛੱਡ, ਬਥੇਰੀ ਹੋ ਗਈ। ਜਾ ਅੱਗੇ ਦੇਖ, ਤੈਨੂੰ ਕੁਛ ਦਿਸਦਾ ਹੈ? ਚੰਗਾ ਮਾਂ। ਮਾਂ ਮੈਨੂੰ ਤਾਂ ਕੱਖ ਨਹੀਂ ਨਜ਼ਰ ਆਂਦਾ। ਕੌਣ ਹੈ ਬਾ? ਮਾਰੇ ਗਏ ਮਾਂ। ਮਾਂ ਭੱਜ ਲੈ, ਮਾਂ ਭੱਜ ਲੈ, ਮਾਂ ਭੱਜ ਲੈ। ਐ ਭੱਜਿਆ ਜਾਂਦਾ ਜਿਵੇਂ ਕੋਈ ਭੂਤ ਪ੍ਰੇਤ ਦਿਸ ਗਈ ਹੋਵੇ। ਮਾਂ ਅੰਦਰ ਕੋਈ ਹੈ, ਕੋਈ ਜਨਾਨੀ। ਜਨਾਨੀ? ਹਾਂ, ਮੈਨੂੰ ਪਹਿਲਾਂ ਹੀ ਸ਼ੱਕ ਸੀ ਜਨਾਨੀ ਹੋਣੀ ਹੈ, ਇਸ ਲਈ ਮੈਂ ਆਈ ਹਾਂ। ਜਾ ਧੀਏ, ਤੂੰ ਕੌਣ ਹੈ ਮਾਂ? ਬਿਸ਼ਨੀ, ਬਿਸ਼ਨੀ ਦੇਈ ਅੱਖਾਂ ਤੋਂ ਹੀਣੀਆਂ ਧੀਏ, ਦੂਰੋਂ ਨੇੜੋਂ ਤੇਰੀ ਪਤੀਸ ਲੱਗਦੀਆਂ। ਤੇਰੀ ਸੱਸ ਤੇ ਮੈਂ ਭੈਣਾਂ ਤੋਂ ਵੀ ਵੱਧ ਸਕੀਆਂ ਸੀ। ਸੁੱਖ ਨਾਲ ਤੇਰਾ ਘਰ ਵਾਲਾ ਸ਼ਾਮਾ ਤਾਂ ਮੇਰੇ ਹੱਥੀਂ ਜੰਮਿਆ। ਸ਼ਾਮਾ ਮੈਨੂੰ ਪੁੱਤਾ ਵਾਂਗਿਆ ਧੀਏ। ਧੀਏ ਘਰ ਨਹੀਂ ਆ? ਨਹੀਂ ਤਾਈ। ਕਿੱਥੇ ਗਿਆ ਹੋਇਆ? ਬਾਹਰ ਗਿਆ ਤਾਈ। ਕਦੋਂ ਦਾ ਗਿਆ? ਕੱਲ ਸਵੇਰ ਦਾ ਹੀ ਗਿਆ ਤਾਈ, ਛਾ ਵੇਲੇ ਦਾ। ਨਾ ਕੀ ਕਹਿ ਕੇ ਗਿਆ ਸੀ? ਮੈਂ ਕਦੋਂ ਮੁੜੂਗਾ? ਕਹਿੰਦਾ ਸੀ ਅੱਜ ਦੁਪਹਿਰੇ ਆ ਜਾਏਗਾ ਖਾਣਾ ਖਾਣ ਵੇਲੇ। ਬਸ 8 ਪੈਰ 'ਚ ਇੱਕੋ ਵਾਰੀ ਖਾਣਾ ਖਾਣਾ ਆਉਂਦਾ। ਨਾ ਤੂੰ ਸਾਰਾ ਦਿਨ ਘਰ 'ਚ ਕਾਉਂ ਡਾਨੀ ਰਹਿੰਦੀ ਹੈ। ਧੀਏ ਤੈਨੂੰ ਮਾਰਦਾ ਕੁੱਟਦਾ ਤਾਂ ਨਹੀਂ? ਨਹੀਂ ਤਾਈ। ਨਾ ਤੇਰੇ ਨਾਲ ਕੋਈ ਗੱਲਬਾਤ ਵੀ ਕਰਦਾ ਹੈ? ਗੱਲਬਾਤ ਬਸ ਇਹ ਕਰਦੇ ਉਹ ਕਰਦੇ, ਰੋਟੀ ਦੇ ਦੇ ਪਾਣੀ ਦੇ ਦੇ, ਬਸ ਹੋਰ ਕੁਝ ਨਹੀਂ। ਨਾ ਹਜੇ ਤੱਕ। ਦੱਸ ਮੈਂ ਤੈਨੂੰ ਕੀ ਪੁੱਛਾਂ? ਅੱਜ ਪਹਿਲੀ ਵਾਰੀ ਉਹਦੇ ਬਿਨਾਂ ਕਿਸੇ ਹੋਰ ਦਾ ਚਿਹਰਾ ਵੇਖਿਆ ਇਸ ਪਿੰਡ ਵਿੱਚ ਤਾਈ। ਬਸ ਸਾਰਾ ਦਿਨ ਇਹਨਾਂ ਕੰਧਾਂ ਵੱਲ ਦੇਖਦੀ ਰਹਿੰਦੀ ਆ। ਮੈਂ ਕਿਹਦੇ ਨਾਲ ਗੱਲ ਕਰਾਂ? ਇੱਧਰ ਕਿਹਦੇ ਕੋਲ ਆ? ਮੈਂ ਤੈਨੂੰ ਹੱਥ ਲਾ ਕੇ ਦੇਖਾਂ। ਮੇਰੀਆਂ ਤਾਂ ਹੱਥਾਂ ਦੇ ਉਂਗਲਾਂ ਦੇ ਪੋਟੇ ਮੇਰੀਆਂ ਅੱਖਾਂ ਨੇ। ਮਾਂ ਸਦਕੇ ਕਿੱਡੀ ਸੋਹਣੀ ਹੈ ਤੂੰ, ਅੰਬ ਦੀਆਂ ਪਪੀਸੀਆਂ ਵਰਗੀ। ਤਿੱਖੇ ਤਿੱਖੇ ਨੈਣ ਨਕਸ਼ ਰੇਸ਼ਮ ਵਰਗੇ ਹੋਣ। ਨਾ ਤੇਰੇ ਵਰਗੀ ਸੰਦੂਰੀ ਅੰਬੀ ਨੂੰ ਛੱਡ ਕੇ ਸ਼ਾਮਾਂ ਬਾਹਰ ਤੂੰ ਟਾਂਡੇ ਚੱਪਦਾ ਫਿਰਦਾ। ਤਾਈ ਤੂੰ ਮੇਰੇ ਬੇਟੀ ਸੁਨੇਹਾ ਤਾਂ ਕੱਲ ਦੇ ਕਿਸੇ ਦੇ ਹੱਥੀ। ਮੇਰੀ ਮਾਂ ਨੂੰ ਪਤਾ ਤਾਂ ਲੱਗ ਜਾਏ ਕਿ ਮੈਂ ਕਿਵੇਂ ਦਿਨ ਕੱਟ ਰਹੀ ਹਾਂ। ਚੁਰਾ ਕੇ ਲੈ ਜਾਏ ਮੈਨੂੰ ਇਸ ਕਾਲ ਕੋਠਰੀ 'ਚ। ਏਦਾਂ ਨਹੀਂ ਬੋਲੀਦਾ, ਏਦਾਂ ਦੀ ਬਦਸ਼ਗਨੀ ਮੂੰਹ ਨਹੀਂ ਕੱਟੀ ਦੀ। ਤੂੰ ਫਿਕਰ ਨਾ ਕਰ, ਮੈਂ ਸਭ ਠੀਕ ਕਰ ਦੂੰਗੀ। ਕੇਸ਼ੋ, ਕੇਸ਼ੋ ਪੁੱਤ। ਹਾਂ ਮਾਂ। ਇੱਧਰ ਦੌੜਿਆ ਘਰ ਨੂੰ ਜਾ। ਜਿਹੜਾ ਆਪਣਾ ਡੰਗਰਾਂ ਵਾਲਾ ਕੋਠਾ ਹੈ ਨਾ, ਉਹਦੇ ਖੱਬੇ ਕੋਨੇ ਜਿੱਥੇ ਪੰਜਾਲੀ ਟੰਗੀ ਹੋਈ ਹੈ, ਉਹਦੇ ਕੋਲ ਪਰਛੱਤੀ ਹੈ। ਪਰਛੱਤੀ ਦੇ ਉੱਤੇ ਲੋਹੇ ਦਾ ਟਰੰਕ ਪਿਆ, ਉਸਨੂੰ ਥੱਲੇ ਲਾ ਲਈ। ਉਹਦੇ 'ਚ ਕੁਝ ਨਿਕਸੁਕ ਪਿਆ, ਉਹਨਾਂ ਛੇੜੀ। ਚੰਗਾ। ਉਹਦੇ 'ਚ ਇੱਕ ਲੱਕੜ ਦੀ ਸੰਦੂਕੜੀ ਪਈ ਹੈ। ਲੱਕੜ ਦੀ ਸੰਦੂਕੜੀ? ਅੱਗੇ ਕੀ ਮਿਲੂ ਮਾਂ? ਉਸਨੂੰ ਖੋਲੀ, ਉਹਦੇ 'ਚ ਇੱਕ ਨਾਰੀਅਲ ਦੇ ਖੋਪੇ ਦਾ ਖੋਲ ਕਾਗਜ਼ 'ਚ ਲਪੇਟਿਆ ਪਿਆ। ਉਸ 'ਚ 2 ਜੜਾਂ ਜੀਆਂ ਪਈਆਂ। ਜਾ ਉਹ ਲੈ ਆ। ਹੁਣੇ? ਆਹੋ, ਸ਼ਾਮੇ ਦੇ ਆਉਣ ਤੋਂ ਪਹਿਲਾਂ ਪਹਿਲਾਂ। ਧੀਏ ਤੂੰ ਇੱਥੇ ਹੀ ਹੈ ਨਾ? ਉਹ ਮੁੰਡਾ ਕੌਣ ਸੀ ਤਾਈ? ਕੇਸ਼ੋ, ਮੇਰਾ ਪੁੱਤ ਕੇਸ਼ੋ। ਤੂੰ ਉਹਨੂੰ ਕਿੱਥੇ ਭੇਜਿਆ? ਹੁਣੇ ਦੱਸਦੀ ਆਂ ਧੀਏ। ਮੈਂ ਜਮਾਂਦਰੂ ਅੰਨੀ ਆ। ਮੇਰੇ ਨਾਲ ਕੋਈ ਵਿਆਹ ਨਹੀਂ ਸੀ ਕਰਾਂਦਾ। ਮੇਰਾ ਬਾਪ ਪਿੰਡ ਪਿੰਡ ਫਿਰਿਆ, ਜਿੱਥੇ ਕਿਤੇ ਮੁੰਡੇ ਦੀ ਦੱਸ ਪੈਂਦੀ ਟੁਰ ਪੈਂਦਾ। ਆਖਿਰ ਹਾਰ ਗਿਆ ਵਾ ਟੋਲਦਾ ਟੋਲਦਾ। ਇੱਕ ਦਿਨ ਕੀ ਹੋਇਆ, ਸਾਡੇ ਘਰ ਬੜਾ ਪਹੁੰਚਿਆ ਫਕੀਰ ਆਇਆ। ਮੈਂ ਕੱਲੀ ਸੀ ਘਰ। ਮੈਂ ਉਸਨੂੰ ਰੋਟੀ ਖਵਾਈ ਤੇ ਰੋਟੀ ਖਾ ਕੇ ਬੜਾ ਖੁਸ਼ ਹੋਇਆ। ਤੇ ਉਸਨੇ ਖੁਸ਼ ਹੋ ਕੇ ਮੈਨੂੰ 3 ਜੜਾਂ ਦੀਆਂ ਦਿੱਤੀਆਂ ਤੇ ਕਹਿਣ ਲੱਗਾ, ਬੱਚੀਏ ਇਹਨਾਂ ਜੜੀਆਂ ਬੂਟੀਆਂ ਵਿੱਚੋਂ ਜਿਹੜੀ ਵੀ ਇੱਕ ਤੂੰ ਰਲਾ ਕੇ ਆਪਣੇ ਘਰ ਕਿਸੇ ਨੂੰ ਖਵਾ ਦੇਵੇਂਗੀ, ਉਹ ਤੇਰੇ ਨਾਲ ਵਿਆਹ ਕਰ ਲੂਗਾ। ਫੇਰ ਤਾਈ ਇੱਕ ਦਿਨ ਮੇਰੀ ਭੈਣ ਦੇ ਸਹੁਰਿਓਂ ਮੁੰਡਾ ਆਇਆ। ਮੈਂ ਉਹਨਾਂ ਜੜੀਆਂ ਬੂਟੀਆਂ ਵਿੱਚੋਂ ਇੱਕ ਰਲਾ ਕੇ ਉਸਨੂੰ ਖਵਾ ਦਿੱਤੀ
ਤੈਨੂੰ ਪਤਾ ਮੈਂ ਕਿਹੜੀ ਖਵਾਈ? ਕਿਹੜੀ ਤਾਈ? ਸਭ ਤੋਂ ਛੋਟੀ? ਨਹੀਂ ਨਹੀਂ, ਸਾਧੂ ਨੇ ਕਿਹਾ ਸੀ ਨਾ ਸਭ ਤੋਂ ਵੱਡੀ ਖਵਾਈ ਹੋਏਗੀ। ਮੈਨੂੰ ਇੰਨੀ ਹਫੜਾ ਦਫੜੀ ਪਈ ਹੋਈ ਸੀ ਵੀ ਸਭ ਤੋਂ ਛੋਟੀ ਤਾਂ ਮੈਨੂੰ ਲੱਭੀ ਨਾ, ਸਭ ਤੋਂ ਵੱਡੀ ਤੋਂ ਮੈਂ ਡਰ ਗਈ। ਜਿਹੜੀ ਦਰਮਿਆਨੀ ਸੀ ਨਾ ਉਹ ਮੈਂ ਉਸ ਨੂੰ ਖਵਾ ਦਿੱਤੀ। ਫੇਰ ਕੀ ਹੋਇਆ ਤਾਈ? ਫੇਰ ਕੀ ਹੋਣਾ ਸੀ? ਉਸਨੇ ਬੁਰਕੀ ਮੂੰਹ ਨੂੰ ਲਾਈ, ਮੇਰੇ ਵੱਲ ਦੇਖਿਆ ਹੁਣ ਤੇ ਮੇਰੇ ਤੇ ਆਹ ਮੋਹਤ ਹੋ ਗਿਆ। ਬਸ ਮਹੀਨੇ ਦੇ ਅੰਦਰ ਅੰਦਰ ਸਾਡਾ ਵਿਆਹ ਹੋ ਗਿਆ। ਵਰੇ ਬੀਤਦੇ ਪਤਾ ਹੀ ਨਹੀਂ ਚੱਲਿਆ। ਤੇਰਾ ਪਤਿਆਰਾ ਤਾਂ ਮੇਰੇ ਤੋਂ ਇੱਕ ਪਲ ਦੂਰ ਨਹੀਂ ਸੀ ਹੁੰਦਾ। ਬਸ ਪਲੇਗ ਨੇ ਵਿਛੋੜੇ ਪਾ ਦਿੱਤੇ। ਮਾਂ ਤਾਈ, ਕਿਸ਼ੋ ਤੂੰ ਆ ਗਿਆ? ਲਿਆ ਪੁੱਤ, ਲਿਆ ਕੇ ਧੀਏ, ਆ ਫੜ। ਇਹ ਕੀ ਹੈ ਤਾਈ? ਉਹੀ ਜੜੀ ਬੂਟੀ ਜਿਹਦੇ ਬਾਰੇ ਮੈਂ ਦੱਸਦੀ ਸੀ। ਇਹ ਸਭ ਤੋਂ ਛੋਟੀ ਜੜ ਹੈ। ਤੂੰ ਵਾਵਾ ਜੀ ਸਵਾਦ ਜੀ ਸਬਜ਼ੀ ਬਣਾ, ਉਸ ਵਿੱਚ ਰਲਾ ਕੇ ਆਪਣੇ ਘਰ ਵਾਲੇ ਨੂੰ ਖਵਾ ਦੇ। ਫੇਰ ਦੇਖੀ ਕੀ ਬਣਦਾ ਹੈ। ਬੁਰਕੀ ਮੂੰਹ ਨੂੰ ਲਾਊਗਾ ਤਾਂ ਤੈਨੂੰ ਆਪਣੀ ਤੀਵੀਂ ਬਣਾ ਕੇ ਰੱਖੂਗਾ। ਮੈਂ ਪਹਿਲਾਂ ਵੀ ਤਾਂ ਉਹਦੀ ਤੀਵੀਂ ਆ ਤਾਈ। ਛੱਡ ਕੁੜੇ, ਤੀਵੀਂ ਕੋਈ ਏਦਾਂ ਹੁੰਦੀ ਹੈ? ਮਾਂ ਤਾਈ ਹੁਣ ਤੂੰ ਜਾ, ਪਰ ਫਿਰ ਆਈ ਜ਼ਰੂਰ। ਆਉਂਗੀ। ਜਿੱਦਾਂ ਮੈਂ ਕਿਹਾ ਉਦਾਂ ਹੀ ਕਰੀ, ਕਿਸੇ ਗੱਲੋਂ ਡਰੀ ਨਾ। कौन बिशनी? शाम है, बड़ा चिर हो गया, मैं सोचा देख आवां। तू की देखना बुढ़िए। सुनिया सी तेरा ब्याह हो गया तो सोचा तेरी बहू नूं मिलावां, पर वो तो अंदरों बाहर ही नहीं निकलती। ਉਹ ਨਹੀਂ ਮਿਲਦੀ ਕਿਸੇ ਨੂੰ, ਤੇ ਨਾ ਹੀ ਸਾਨੂੰ ਲੋੜ ਹੈ ਕਿਸੇ ਨੂੰ ਮਿਲਣ ਦੀ। चंगा पुत्र, जिवें तेरी मर्जी। ਬੂਹੇ ਤੇ ਜੰਗਰਾ ਮਾਰਿਆ ਸੀ, ਭਈ ਅੱਖਾਂ ਵਾਲੇ ਆਪ ਵੇਖ ਜਾਣਗੇ। ਪਰ ਇਹਨਾਂ ਅੰਨਿਆਂ ਦਾ ਕੋਈ ਕੀ ਕਰੇ? ਇਹਨਾਂ ਲਈ ਤਾਂ ਕੋਈ ਕੁੱਤਾ ਰੱਖਣਾ ਪੈਣਾ। रोटी मैं आज बाहर ही खाऊंगा। एक गिलास दूध का गर्म कर दे। किसे दोगे किले विच परिया मेरी डोली नू लगिया मणिया नी मां
एकला खोल दे बूहा निमा ਅੱਖਾਂ ਵਾਲਿਆਂ ਦਾ ਵੀ ਬਸ ਆਹੀ ਪਵਾੜਾ। ਉਹ ਰਾਤ ਨੂੰ ਨਹੀਂ ਦੇਖ ਸਕਦੇ, ਇਸੇ ਲਈ ਕਹਿੰਦੀ ਆ ਮੈਨੂੰ ਕੱਲੀ ਨੂੰ ਆਉਣ ਦਿਆ ਕਰ, ਘੱਟ ਤੋਂ ਘੱਟ ਰਾਤ ਵੇਲੇ। ਠੀਕ ਹੈ ਮਾਂ, ਹੁਣ ਇੱਥੋਂ ਅੱਗੇ ਤਾਂ ਤੂੰ ਕੱਲੀ ਜਾਈਂ, ਆਪਾਂ ਤਾਂ ਨਹੀਂ ਜਾਂਦੇ ਉਸ ਘਰ ਦੇ ਨੇੜੇ ਵੀ। ਪਰ ਮਾਂ, ਮੈਨੂੰ ਇਹ ਨਹੀਂ ਸਮਝ ਲੱਗਦਾ ਇਹ ਤੂੰ ਕੀ ਕਰਦੀ ਹੈ। ਜੇ ਕਿਤੇ ਸ਼ਾਮਾਂ ਘਰ ਹੋਇਆ, ਉਹਨੇ ਤੈਨੂੰ ਵੇਖ ਲਿਆ ਤਾਂ ਤੂੰ ਕੀ ਕਹੇਂਗੀ? ਅੱਧੀ ਰਾਤ ਨੂੰ ਉਹਦੀ ਘਰ ਵਾਲੀ ਨਾਲ ਗੱਪਾਂ ਮਾਰਨ ਆਈ ਹੈ। ਤੂੰ ਐਵੇਂ ਨਾ ਵਾਧੂ ਦਾ ਬੋਲ। ਆਪਾਂ ਤਾਂ ਬਸ ਇਹੀ ਦੇਖਣ ਆਏ ਆ ਵੀ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਕਿ ਨਹੀਂ। ਜੇ ਲੱਗਿਆ ਹੋਇਆ ਤਾਂ ਆਪਾਂ ਨੂੰ ਪਤਾ ਲੱਗ ਜੂ ਬਈ ਸ਼ਾਮਾਂ ਘਰੇ ਹੀ ਹੈ। ਇਹਦਾ ਮਤਲਬ ਆਪਣਾ ਕੰਮ ਸਿਰੇ ਚੜ ਗਿਆ, ਉਹਨੇ ਪੈਰੀ ਪਿੱਛੇ ਮੁੜ ਜਾਵਾਂਗੇ। ਧੀਏ, ਹਾਂ ਤਾਈ। ਆ ਕੀ ਤਾਲਾ ਹਜੇ ਵੀ ਠੁਕਿਆ ਹੋਇਆ ਹੈ? ਦੂਸਰੀ ਜੜੀ ਬੂਟੀ ਘੋਲ ਕੇ ਪਲਾਈ ਵੀ ਸੀ ਕਿ ਨਹੀਂ? ਹਾਂ ਤਾਈ, ਪਿਲਾਈ ਤੇ ਸੀ। ਤੇ ਕੋਈ ਫਰਕ ਨਹੀਂ ਪਿਆ? ਨਹੀਂ ਤਾਈ, ਬਸ ਉਸਨੂੰ ਮਾੜਾ ਜਿਹਾ ਚੱਕਰ ਜਿਹਾ ਆਇਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਫਿਰ ਉੱਠਿਆ ਤੇ ਉੱਠ ਕੇ ਬਾਹਰ ਨੂੰ ਤੁਰ ਗਿਆ ਤਾਈ। ਲੱਗਦਾ ਵਾਵਾ ਗੂੜੀ ਯਾਰੀ ਆ ਸਰੰਡੀ ਨਾਲ, ਮਾੜਾ ਮੋਟਾ ਲਿਹਾਜ਼ ਵੀ ਨਹੀਂ। ਕਿਹਦੇ ਨਾਲ ਤਾਈ? ਸੋਚਿਆ ਸੀ ਧੀਏ ਤੈਨੂੰ ਕੀ ਦੱਸਣਾ। ਇੱਕ ਜਨਾਨੀ ਆ ਬਦਕਾਰ ਜੀ, ਜਿਸਨੇ ਤੇਰੇ ਘਰ ਵਾਲੇ ਨੂੰ ਫਾਇਆ ਹੋਇਆ। ਬਸ ਉਹੀ ਨਚੋੜੀ ਜਾਂਦੀ ਆ ਉਸਨੂੰ। ਲੱਗਦਾ ਹੁਣ ਬਸ ਇੱਕੋ ਹੀ ਤਰੀਕਾ ਰਹਿ ਗਿਆ। ਕੀ ਹੈ ਤਾਈ? ਆ ਜਿਹੜੀ ਵੱਡੀ ਜੜ ਹੈ ਨਾ, ਇਹ ਘੋਲ ਕੇ ਆਪਣੇ ਘਰ ਵਾਲੇ ਨੂੰ ਖਵਾ ਦੇ। ਨਹੀਂ ਤਾਈ, ਅੱਗੇ ਛੋਟੀ ਨਾਲੋਂ ਬੇਹੋਸ਼ ਹੋ ਗਿਆ ਸੀ। ਇਹਦੇ ਨਾਲ ਪਤਾ ਨਹੀਂ ਕੀ ਹੋ ਜਾਏ। ਤੂੰ ਐਵੇਂ ਨਾ ਵਾਧੂ ਦਾ ਬੋਲ, ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ, ਅਜਮਾਈ ਹੋਈ ਹੈ। ਤੂੰ ਵਾਵਾ ਜੀ ਸਵਾਦ ਜੀ ਸਬਜ਼ੀ ਬਣਾ, ਉਸ ਵਿੱਚ ਰਲਾ ਕੇ ਆਪਣੇ ਘਰ ਵਾਲੇ ਨੂੰ ਖਵਾ ਦੇ। ਲੈ ਫੜ, ਫੇਰ ਦੇਖੀ ਕੀ ਬਣਦਾ ਹੈ। ਜਿੱਦਾਂ ਹੀ ਬੁਰਕੀ ਮੂੰਹ ਨੂੰ ਲਾਊਗਾ ਤਾਂ ਤੈਨੂੰ ਪਟੋਲੇ ਵਾਂਗ ਰੱਖੂਗਾ, ਪਟੋਲੇ ਵਾਂਗ। पैर तक ताके देखन उरे मार के ना खा ली मेरा शेर। अबे शेरू, पैर नहीं तरन देना किसी ने, हाँ? रोटी बना मेरे लिए, नाले कुत्ते लिए भी। ਇਹ ਮੈਂ ਉਹਨੂੰ ਕਿਵੇਂ ਖਵਾ ਦਿਆਂ? ਛੋਟੀ ਜਾਨ ਨਾਲ ਉਹ ਬੇਹੋਸ਼ ਹੋ ਗਿਆ ਸੀ। ਵੱਡੀ ਜਾਨ ਨਾਲ ਪਤਾ ਨਹੀਂ ਕੀ ਹੋ ਜਾਏ। ਮੈਨੂੰ ਕਿਤੇ ਸਿਰ ਦਿੰਦੀ ਆ, ਪਰ ਕਿੱਥੇ? ਦਰਵਾਜ਼ੇ ਉੱਤੇ। ਇਹਨੂੰ ਮੰਦਿਰ ਕੋਲ ਡੋਲ ਦੇ, ਨਾ ਕੀਰਤੀ ਦੀ ਖੁੱਡ ਉੱਤੇ। ਖੁੱਡ ਉੱਤੇ। किथे गई सी? मैं क्या किथे गई सी तू? ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ੇਸ਼ਨਾਗ ਕੋਈ ਵੀ ਰੂਪ ਧਾਰਨ ਕਰ ਸਕਦਾ ਹੈ, ਠੀਕ ਇਸੇ ਤਰ੍ਹਾਂ ਉਸ ਦਿਨ ਸ਼ੇਸ਼ਨਾਗ ਉਹਦੇ ਪਤੀ ਦਾ ਰੂਪ ਧਾਰਨ ਕਰਕੇ
ਉਸਦੇ ਘਰ ਵਿੱਚ ਚਲਾ ਗਿਆ।
ਅੱਧੀ ਰਾਤ ਵੇਲੇ ਰੋਟੀ ਤੈਨੂੰ ਡਰ ਲੱਗਦਾ ਮੇਰੇ ਕੋਲ? ਕਿੰਨੀ ਸੋਹਣੀ ਹੈ। ਤੁਸੀਂ ਕੁਝ ਮੰਗਿਆ? ਮੈਂ ਕਿਹਾ ਕਿੰਨੀ ਸੋਹਣੀ ਹੈ ਤੂੰ। ਪਰ ਕਿੰਨੀ ਬਦਨਸੀਬ। ਬਦਨਸੀਬ? ਹਾਂ, ਤੇਰੇ ਜਿਹੀ ਮਲੂਕ ਕਲੀ ਦਾ ਵਿਆਹ ਕਿੰਨੇ ਘਟੀਆ ਬੰਦੇ ਨਾਲ ਹੋਇਆ। ਪਰ ਮੈਂ ਤਾਂ ਇਦਾਂ ਕਦੇ ਨਹੀਂ ਕਿਹਾ। ਤੂੰ ਨਹੀਂ ਕਿਹਾ, ਇਹ ਤਾਂ ਮੈਂ ਕਹਿ ਰਿਹਾ। ਸਵੇਰੇ ਤੈਨੂੰ ਬਹੁਤੀ ਸੱਟ ਤਾਂ ਨਹੀਂ ਸੀ ਲੱਗੀ? ਰਾਣੀ, ਤੂੰ ਸਾਰਾ ਦਿਨ ਇਸ ਘਰ ਵਿੱਚ ਇਕੱਲੀ ਕੈਦ ਰਹਿਣੀ ਹੈ। ਤੈਨੂੰ ਤੇਰੇ ਮਾਪੇ ਤਾਂ ਯਾਦ ਆਉਂਦੇ ਹੋਣਗੇ, ਨਹੀਂ? ਉਹ ਤੈਨੂੰ ਕਿੰਨਾ ਮੋਹ ਕਰਦੇ ਸੀ, ਨਹੀਂ? ਅੱਛਾ, ਜੇ ਤੂੰ ਹੱਸ ਕੇ ਵਿਖਾਏਂਗੀ ਤਾਂ ਮੈਂ ਤੈਨੂੰ ਤੇਰੇ ਪੇਕੀ ਜ਼ਰੂਰ ਲੈ ਜਾਵਾਂਗਾ। ਹੋ, ਇਹ ਕੁੱਤਾ ਸਾਰੀ ਰਾਤ ਇਸੇ ਤਰ੍ਹਾਂ ਭੌਂਕਦਾ ਰਹਿੰਦਾ ਹੈ। ਤੂੰ ਇੱਕ ਰਾਤ ਵੀ ਚੈਨ ਦੀ ਨੀਂਦ ਸੁੱਤੀ ਹੈ ਰਾਣੀ? ਪਰ ਕੀ? ਵੇਖ ਵੇਖ, ਸਾਰਾ ਆਸਮਾਨ ਛਿੱਟੇ ਚੁੱਕਿਆ ਹੋਇਆ ਇਸਨੇ। ਸੱਚੀ ਦੱਸ ਰਾਣੀ, ਤੂੰ ਜਦੋਂ ਦੀ ਇਸ ਘਰ ਵਿੱਚ ਆਈ ਇੱਕ ਰਾਤ ਵੀ ਚੈਨ ਦੀ ਨੀਂਦ ਸੁੱਤੀ? ਪਰ ਤੂੰ ਪਰ ਕੀ ਕਰੀ ਜਾਂਦੀ ਹੈ? ਮੈਂ ਕਹਿੰਦੀ ਹਾਂ ਕਿ ਕੁੱਤਾ ਤਾਂ ਤੁਸੀਂ ਅੱਜ ਸਵੇਰੇ ਹੀ ਲਿਆਏ ਸੀ। ਇਸ ਤੋਂ ਪਹਿਲੀਆਂ ਰਾਤਾਂ ਤਾਂ ਕੋਈ ਸ਼ੋਰ ਨਹੀਂ ਸੀ। ਹਾਂ, ਇਹ ਤਾਂ ਤੂੰ ਠੀਕ ਕਿਹਾ। ਸਾਰਾ ਦਿਨ ਘਰ ਵਿੱਚ ਕਰਨ ਨੂੰ ਹੁੰਦਾ ਕੀ ਹੈ? ਘਰ ਦਾ ਕੰਮ ਮੁਕਾ ਕੇ ਸਾਰਾ ਦਿਨ ਸੁੱਤੀ ਰਹਿੰਦੀ ਸੀ ਤੇ ਰਾਤ ਨੂੰ ਜਾਗ ਕੇ ਇਹਨਾਂ ਕੰਨਾਂ ਵੱਲ ਦੇਖਦੀ ਰਹਿੰਦੀ ਸੀ। ਅੱਜ ਇਹ ਚੰਗਾ ਕੁੱਤਾ ਸਾਰਾ ਦਿਨ ਭੌਂਕਦਾ ਰਿਹਾ। ਮੈਂ ਦਿਨੇ ਇੱਕ ਪਲ ਵੀ ਸੌ ਨਹੀਂ ਸਕੀ। ਤਾਂ ਹੀ ਜਦੋਂ ਤੁਸੀਂ ਆਏ ਤਾਂ ਮੈਂ ਉਂਘ ਰਹੀ ਸੀ। ਮੇਰੀ ਗਲਤੀ ਮਾਫ ਕਰ ਦੇਣੀ। ठीक है, इस बार तेरी गलती माफ की थी, पर अगे तो ऐसा ना हो। कल तो जदों मैं रात को घर आया करा तो तू बिल्कुल तरोताजा होया करी। हाँ रानी, आज तो मैं हर रात घर आया करा। दस आया करा कि नहीं? इन्हें लम्मे ते सोहने वाल जिवें जिवें नागा की कोई शहजादी हो। चले गए सी। मैं तो की गल है? जरूर मैनू सुपना आया होगा।
की होया रानी? लगता है मैं पागल हो गई हूँ। क्यों? कल रात की मुलाकात मैं सोचा मेरा सपना है, पर हुण तो मैंने सपना नहीं आ रहा। ये कोई सपना नहीं है रानी, ते ना ही मैं तेरी कल्पना का कोई छलावा हाँ। मैं सचमुच चाहते हाँ तेरे सामने मैनू छू के वेख रानी। अच्छा रहन दे। मेरे नाल गल्ला बातें कर रहा नहीं तो ठीक है, फिर मेरा इतों चलिया जाना बेहतर है। रब का वास्ता चाहो ना। पत्थर दी चुप पूरे तक बैठने का की फायदा? मैं की बोलूं? कुछ भी बोल रानी, जो कुछ भी तेरे दिल में चाहता है। जे तू चाहनी है कि मैं तू चले जावा तो मैनू दस, मैं तू क्यों चले जावा? जे तू चाहनी है कि मैं तेरे कोल रहा तभी मैनू दस, मैं तेरे कोल क्यों रहा? पर जे तुसी मेरे नाल इस तरह ही करना है तो मैं तुहाडे नाल की गल कर सकती हाँ? किस तरह करदा मैं? रात में तुसी इन्नियां चंगियां गल्लां करते हो ते दिन वेले मैं तुहाडे नाल गल करन लई मूंह ही खोलदी हाँ ते तुसी सब वांग फुंकारन लगते हो। तो तू ही दस मैं की करा? दिन वेले आना छड़ दिया या रात वेले? ਇਹ ਤੁਹਾਡਾ ਆਪਣਾ ਘਰ ਹੈ, ਜਿਵੇਂ ਤੁਹਾਡੀ ਖੁਸ਼ੀ ਹੈ ਕਰੋ। नहीं रानी, पर हाँ असं ये मान लेने कि दिन के सारे फैसले मर्द करते ते रात के फैसले औरत। ते जे तू चाहेगी तो मैं रात को नहीं आया। ਤੁਸੀਂ ਮੈਨੂੰ ਇਸ ਤਰ੍ਹਾਂ ਹੈਰਾਨ ਕਿਉਂ ਕਰਦੇ ਹੋ? ਮੈਂ ਕੱਲੀ ਰਹਿ ਰਹਿ ਕੇ ਪਾਗਲ ਹੋ ਜਾਵਾਂਗੀ। ਅੱਜ ਰਾਤ मैं ये सोच के डर गई सा कि शायद तुसी ना आओ ते कल रात जो होया वो केवल मेरा सपना सी, पर मैं हर पल तड़प रही सा कि तुसी आओ। रानी ये सब तो ऐसे तरह चलता है, दिन में ले हो जाते रात में ले हो जा। हूँ तू मैनू ये ना पूछी किस तरह ਤੁਹਾਡੇ ਹੱਥਾਂ ਤੇ ਸੀਨੇ ਤੇ ਲਹੂ ਦੇ ਨਿਸ਼ਾਨ। ਠਹਿਰੋ, ਮੇਰੀ ਮਾਂ ਨੇ ਮੈਨੂੰ ਇੱਕ ਮੱਲਮ ਦਿੱਤੀ ਸੀ, ਉਹਨੇ ਤੁਹਾਡੇ ਜ਼ਖਮਾਂ ਤੇ ਲਾ ਦੇਣੀ ਆ। रानी पता नहीं कित्थे रख देती है, अपनी उंगल ते लाई सी। कोई गल नहीं सब्जी रानी। कटिया चीर आ गया मैं ठीक हाँ रानी। फिर पता नहीं कित्थे रख दी। रानी हाँ याद आया, शीशे वाले दराज में रखी सी। रानी मैं बिल्कुल ठीक हाँ। की होया? जदों मैं शीशे वाले दराज में देखा तो मैं देखा शेषनाग नाम नहीं लेता। मेरी माँ कहती है जे ओदा नाम लईए तो वो घर विच आ जाता है। अच्छा ते जो सचमुच है इस घर दे विच आ जाए तां? तुसी बार-बार ओदा नाम लेके उन्हें क्यों बुला रहे पर जो प्यार दे वस आवे। मैं तो ओदा नाम सुन के कम जाती हूँ। जे मैं इत्थे आते फिर डर लगा। मैं भी चल रही हाँ, तुहाडे जख्मां ते मलम लानी तो भुल ही गई। इन्ना ठंडा लव तुसी दिन रात चक्कर चांजे विच घुमदे रहंदे हो, ऐसे नहीं। की होया? मेरा बापू कहता सी जदों शेष नाग किसी पंछी दी आंखां विच देखदा है तां पंछी टिक टिक ला के देखी जांदा है। वो देखना रह ही नहीं सकता। वो शेष नाग दी आंखां विच बदलते रंगां दी खेल विच गुआच जांदा है ते अपने अध खुले खम्बां समेत दिन दहाड़े बुत बन जाता है। ते फिर नाग पंछी दे उत्ते झपटदा है ते उसनू खा जाता है।
ਪੰਛੀ ਵੀ ਜਾਗ ਪਏ। ਹੈ ਪੰਛੀ ਆਪਣੇ ਗੀਤ ਆਪਣੇ ਕੋਲ ਕਿਉਂ ਨਹੀਂ ਰੱਖ ਲੈਂਦੇ? ਸਾਡੀਆਂ ਰਾਤਾਂ ਨੂੰ ਛੋਟੀਆਂ ਕਰਨ ਦਾ ਹੱਕ ਇਹਨਾਂ ਨੂੰ ਕਿੰਨੇ ਦਿੱਤਾ ਹੈ? ਕੋਈ ਗੱਲ ਨਹੀਂ ਰਾਣੀ, ਮੈਂ ਕੱਲ ਰਾਤ ਨੂੰ ਫੇਰ ਆਵਾਂਗਾ। ਬਸ ਰਾਤ ਨੂੰ? ਦਿਨੇ ਖਾਣਾ ਖਾਣ ਨਹੀਂ आओगे? ਉਹ ਤਾਂ ਆਉਣਾ ਹੀ ਹੋਇਆ ਨਾ। ਮੇਰੀ ਗੱਲ ਧਿਆਨ ਨਾਲ ਸੁਣ ਰਾਣੀ, ਮੈਂ ਹਰ ਰੋਜ਼ 2 ਵਾਰ ਆਇਆ ਕਰਾਂਗਾ, ਇੱਕ ਵਾਰੀ ਦਿਨ ਵੇਲੇ ਤੇ ਇੱਕ ਵਾਰੀ ਰਾਤ ਵੇਲੇ। ਰਾਤੀ ਜਦੋਂ ਮੈਂ ਆਵਾਂ ਤਾਂ ਤੂੰ ਇਸੇ ਕਮਰੇ ਦੇ ਵਿੱਚ ਮੇਰੀ ਉਡੀਕ ਕਰੀ, ਤੇ ਮੇਰੇ ਆਉਣ ਤੇ ਜਾਣ ਵੇਲੇ ਬਾਹਰ ਬਿਲਕੁਲ ਨਾ ਚਾਕੀ, ਭਾਵੇਂ ਕੁਝ ਵੀ ਹੋ ਜਾਵੇ। ਤੇ ਹਾਂ, ਇਸ ਬਾਰੇ ਕਦੀ ਕੋਈ ਸਵਾਲ ਨਾ ਪੁੱਛੀ। अच्छा, नहीं करूंगी सवाल। जदों पशु पंछी मोर जानवर कोई सवाल नहीं करते, तब भला मैं सवाल क्यों करूंगी? पर वो बार बार मिलन दा सवाल तो करते नहीं ना, और तो मैं भी कर सकती हाँ। मैं नहीं आना। इधर आ, कमला ना होवे तां सुन मेरी गल। मैं हैरान है इस झल्ली कुड़ी ते इसने इस जड़ी बूटी दा कीता की है? उसनू घोल के पलाई भी है कि नहीं? जा ताकी तानी दे, तैनू कुछ दसदा। माँ कुछ नहीं। जरा बिड़क तले। माँ किसी दे पैरां दी आवाज। किसे मरद दे पैरां दी। जा पिछली ताकी तानी देख। सप माँ 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 बच ले माँ सप माँ सप किथे किथे किथे? माँ गुसल खाने दी नाली विचों बाहर आ रहा सी। ओए होए ਐ ਭੱਜਿਆ ਜਾਂਦਾ ਜਿਵੇਂ ਆਪਣੇ ਮਗਰ ਲੱਗ ਗਿਆ ਹੋਵੇ। ਹੁਣ ਤਾਂ ਗੁਸਲਖਾਨੇ ਦੀ ਨਾਲੀ ਥਾਣੀ ਬਾਹਰ ਵੀ ਨਿਕਲ ਗਿਆ ਹੋਣਾ। ਕੌਣ ਹੈ? ਧੀਏ ਮੈਂ ਆ ਢਾਈ ਬਿਸ਼ਨੀ। ਧੀਏ ਕਿਸ਼ੋ ਕਹਿੰਦਾ ਹੁਣੇ ਇਹਨੇ ਇੱਥੇ ਸੱਪ ਦੇਖਿਆ। ਸੱਪ ਕਿੱਥੇ? ਤੁਹਾਡੀ ਗੁਸਲਖਾਨੇ ਦੀ ਨਾਲੀ ਥਾਣੀ ਬਾਹਰ ਨਿਕਲ ਰਿਹਾ ਸੀ। ਹੈ ਮੈਂ ਮਰ ਜਾ। ਮੈਂ ਕਿਹਾ ਜੀ ਕਿੱਥੇ ਹੋ ਤੁਸੀਂ? ਮੇਰੀ ਗੱਲ ਸੁਣੋ। ਤੂੰ ਕਿਸ ਨੂੰ ਆਵਾਜ਼ਾਂ ਮਾਰਦੀ ਐ? ਸ਼ਾਮੇ ਨੂੰ? ਹਾਂ ਤਾਈ, ਹੁਣੇ 2 ਪਲ ਪਹਿਲਾਂ ਤਾਂ ਉਹ ਇੱਥੇ ਸੀਗੇ। ਮੈਨੂੰ ਲੱਗਦਾ ਚਲੇ ਗਏ ਹੋਣੇ ਨੇ। ਨਹੀਂ ਨਹੀਂ, ਬਾਹਰ ਤੇ ਤਾਲਾ ਲੱਗਿਆ ਹੋਇਆ। ਅਸੀਂ ਤਾਂ ਅੱਧੇ ਘੰਟੇ ਤੋਂ ਇੱਥੇ ਖੜੇ ਆ। ਅਸੀਂ ਤਾਂ ਕਿਸੇ ਨੂੰ ਬਾਹਰ ਆਉਂਦੇ ਨਹੀਂ ਦੇਖਿਆ। ਪਰ ਨਹੀਂ ਤਾਈ, ਅੰਦਰ ਤਾਂ ਨਹੀਂ ਹੋ। ਦਰਵਾਜ਼ੇ ਨੂੰ ਤਾਂ ਬਾਹਰੋਂ ਤਾਲਾ ਲੱਗਿਆ ਹੋਇਆ। ਜੇ ਉਹ ਅੰਦਰ ਹੁੰਦੇ ਤਾਂ ਬਾਹਰ ਤਾਲਾ ਥੋੜੀ ਲੱਗਿਆ ਹੋਣਾ ਸੀ। ਤੁਸੀਂ ਖਿਆਲ ਨਹੀਂ ਕੀਤਾ ਹੋਣਾ ਤਾਈ। ਚੰਗਾ ਧੀਏ, ਫਿਰ ਏਦਾਂ ਹੀ ਹੋਣਾ। ਮੈਨੂੰ ਇਹ ਦੱਸ ਵੀ ਤੂੰ ਹੁਣ ਵਿਆਹ ਵਰਿਆ ਵਾਂਗ ਰਹਿਣ ਲੱਗ ਪਈ ਹੈ ਕਿ ਨਹੀਂ? ਦੇਖੀ ਦੇਖੀ ਮੇਰੀ ਜੜੀ ਬੂਟੀ ਦੀ ਸ਼ਕਤੀ। ਮੈਂ ਤੈਨੂੰ ਕਿਹਾ ਸੀ ਨਾ, ਇੱਕ ਵਾਰੀ ਤੇਰੇ ਘਰ ਵਾਲੇ ਦੇ ਮੂੰਹ ਨੂੰ ਲੱਗੀ ਤਾਂ ਤੇਰੇ ਮਗਰ ਕਮਲਾ ਹੋਇਆ ਫਿਰੂਗਾ। ਚੰਗਾ ਧੀਏ, ਮੈਂ ਚਲਦੀ ਆ। ਮੇਰਾ ਕੰਮ ਨੇਪਰੇ ਚੜਿਆ। ਗੂਗਲ ਤੂੰ ਖਾ ਕੇ ਧੂਣੀ ਦੇਣੀ, ਕੱਚੀ ਲੱਸੀ ਦਾ ਛੜਕਾ ਕਰੀ, ਸੱਪ ਸਪੋਲੀ ਦੀ ਕਰੋਪੀ ਟਲ ਜੂਗੀ। ਤਾਈ ਤੂੰ ਆਂਦੀ ਜਾਂਦੀ ਰਿਹਾ ਕਰ। ਮਾਂ ਜਿਹੜੀ ਆਵਾਜ਼ ਸੁਣੀ ਸੀ ਉਹ ਸ਼ਾਮੇ ਦੀ ਸੀ, ਉਹ ਅਜੇ ਅੰਦਰ ਹੀ ਹੈ। ਆਹੋ ਸ਼ਮਾ ਘਰੇ ਹੀ ਹੈ। ਜਦੋਂ ਸੱਜ ਵਿਆਹ ਜੋੜੇ ਘੁਲ ਮਿਲ ਜਾਂਦੇ ਨੇ ਤਾਂ ਨਿਤ ਨਵੇਂ ਚੋਜ ਕਰਦੇ ਰਹਿੰਦੇ ਨੇ। ਕਿਸ਼ੋ ਕਿਸ਼ੋ ਕੀ ਹੋਇਆ? कुछ नहीं माँ। ਕੀ ਕੁਛ ਨਹੀਂ? माँ
ਫੇਰ ਆਈ ਸੀ ਮਾਂ ਉਹੀ। ਜੇ ਤੂੰ ਕੁਝ ਹੋਸ਼ ਨਾਲ ਗੱਲ ਕਰੇ ਤਾਂ ਮੈਂ ਤੇਰੇ ਕਿਸੇ ਗੱਲ ਦਾ ਯਕੀਨ ਕਰਾਂ। ਤੂੰ ਸਾਫ਼-ਸਾਫ਼ ਕਿਉਂ ਨਹੀਂ ਕਹਿੰਦਾ ਵੀ ਉਹ ਲਾਗਲੇ ਪਿੰਡ ਦੀ ਕੁੜੀ ਹੈ? ਇਹਨੇ ਕਹਾਣੀਆਂ ਕਿਉਂ ਪਾਣਾ ਰਹਿਣਾ? ਮਾਂ ਉਹ ਕਿਸੇ ਪਿੰਡ ਪੁੰਡ ਦੀ ਕੁੜੀ ਨਹੀਂ। ਤੂੰ ਆਪ ਸੋਚ ਮਾਂ, ਕਿਹੜੇ ਪਿੰਡ ਦੀ ਕੁੜੀ ਅੱਧੀ ਰਾਤ ਨੂੰ ਘਰ ਤੋਂ ਬਾਹਰ ਨਿਕਲਣ ਦਾ ਹੌਸਲਾ ਕਰੇ? ਤੇ ਦੂਜੀ ਗੱਲ ਇਹ ਮਾਂ ਕਿ ਮੈਂ ਕੋਈ ਮਨਕਣਤ ਕਹਾਣੀ ਨਹੀਂ ਬਣਾਉਂਦਾ। ਜਦੋਂ ਪਿਛਲੀ ਵਾਰ ਦਿਸੀ ਸੀ ਉਦੋਂ ਉਹ ਜਿਹੜੇ ਖੂਹ ਚੋਂ ਬਾਹਰ ਆਈ ਸੀ, ਤੇ ਅੱਜ ਉਹ ਸ਼ਮਸ਼ਾਨ ਚੋਂ ਬਾਹਰ ਆ ਰਹੀ ਸੀ। ਮਾਂ ਮੇਰੇ ਵੱਲ ਵੇਖਦੀ ਰਹੀ ਤੇ ਮੁਸਕਰਾ ਕੇ ਹੱਥ ਹਿਲਾਉਂਦੀ ਰਹੀ। ਪਤਾ ਨਹੀਂ ਉਹ ਕੋਈ ਚੁੜੇਲ ਹੈ, ਕੋਈ ਪ੍ਰੇਤ ਆਤਮਾ ਜਾਂ ਕੋਈ ਨਾਗ ਕੰਨਿਆ। ਤੂੰ ਕੁਛ ਦੱਸੇ ਵੀ ਤਾਂ ਸਹੀ। ਮਾਂ ਮੈਨੂੰ ਤੂੰ ਕੁਝ ਦੱਸਣ ਵੀ ਤਾਂ ਦੇ। ਬਸ ਕਰ ਪੁੱਤ, ਜਦੋਂ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਮੈਨੂੰ ਬਹੁਤ ਡਰ ਲੱਗਦਾ। ਮੈਨੂੰ ਇੰਝ ਲੱਗਦਾ ਤੂੰ ਮੇਰੇ ਤੋਂ ਬਹੁਤ ਦੂਰ ਚਲਾ ਗਿਆ। ਪਰ ਮਾਂ ਉਹ ਕੀ ਹੋਇਆ? ਇਹ ਕਿਉਂ ਦਿਨ ਚੜੇ ਸੁੱਤਾ ਪਿਆ? ਸ਼ੇਰੋ, ਓਏ ਸ਼ੇਰੋ, ਸ਼ੇਰੋ, ਓਏ ਤਾਂ ਮਰਿਆ ਪਿਆ। ਸ਼ੇਸ਼ਨਾਗ ਨੇ ਡੰਗ ਮਾਰੇ। ਨੂੰ ਡੱਬਾ ਨਾ ਕਿਤੇ। ਰਾਤੀ ਤੇ ਇਹਨਾਂ ਦੀਆਂ ਹੱਥਾਂ ਤੇ ਬਾਹਾਂ ਤੇ ਲਹੂ ਸੀ, ਪਰ ਇਸ ਵੇਲੇ ਉਹਨੇ ਕੁੱਤਾ ਮਰਿਆ ਵੇਖਿਆ ਤਾਂ ਸ਼ਾਮੇ ਨੂੰ ਚੜਿਆ ਕਹਿਰ। ਤੇ ਉਹ ਇੱਕ ਨਿਓਲਾ ਟੋਲ ਲਿਆਇਆ ਦੂਜੇ ਪਹਿਰ, ਜਿਹੜਾ ਸ਼ੇਸ਼ਨਾਗ ਦੇ ਸਾਹਮਣੇ ਇੱਕ ਰਾਤ ਨਾ ਸਕਿਆ ਲਹਿਰ। ਇਹ ਪਰ ਲੜਿਆ ਇੰਨਾ ਜਮ ਕੇ ਉਸ ਦੇ ਸਿਰ ਨੂੰ ਚੜਿਆ ਜ਼ਹਿਰ। ਉਸ ਦੇ ਮੂੰਹ ਵਿੱਚ ਹੀ ਰਤਨਾਗ ਦੀ, ਉਹਦੇ ਦੰਦਾਂ ਦੇ ਵਿੱਚ ਮਾਸ। ਪਿੱਛੇ ਮੁੜ ਗਿਆ ਜ਼ਖਮੀ ਨਾਗ ਵੀ, ਨਾ ਆਇਆ ਰਾਣੀ ਪਾਸ। ਉਹਨੇ ਰੋ ਰਾਤਾਂ ਕੱਟੀਆਂ, ਰਾਣੀ ਕਈ ਦਿਨ ਰਹੀ ਉਦਾਸ। ਪਰ ਉਹਨਾਂ ਪੁੱਛਣ ਜੋਗੀ ਕਿਸੇ ਨੂੰ ਵੀ ਕੱਲ ਕੀ ਹੋ ਗਈ ਖਾਸ। ਤੇ ਫੇਰ ਆਈ ਰਾਤ ਸੁਲੱਖਣੀ, ਉਹਦਾ ਮੁੜ ਆਇਆ ਫੇਰ ਦਿਲਦਾਰ। ਇਹ ਪਰ ਪਿੰਡਾ ਉਹਦਾ ਮਖਮਲੀ ਸੀ ਭਰਿਆ ਦਾਗਾ ਨਾਲ। ਉਹਨੇ ਮੱਲਮ ਲਾਈ ਲੱਭ ਕੇ, ਪਰ ਪੁੱਛਿਆ ਨਹੀਂ ਸਵਾਲ। ਉਹਦੇ ਲਈ ਇੰਨਾ ਬਹੁਤ ਸੀ, ਉਹਨੂੰ ਮਿਲਿਆ ਫੇਰ ਵਸਾਲ। ਦੇਖੋ ਦਿਨ ਦੂਜਾ ਚੜ ਪਿਆ, ਘਰ ਆਇਆ ਫੇਰ ਉਹਦਾ ਸੁਹਾਗ। ਲੋਕੋ ਰਾਣੀ ਰਹਿ ਗਈ ਦੇਖਦੀ, ਉਹਦੇ ਪਿੰਡੇ ਇੱਕ ਨਾ ਦਾਗ। ਉਹਨੇ ਫੇਰ ਸਵਾਲ ਨਾ ਪੁੱਛਿਆ, ਇਹ ਖੌਫ ਸੀ ਦਿਲ ਵਿਚਕਾਰ। ਕਰਦਾ ਰਾਤੀ ਗੱਲਾਂ ਗੂੜੀਆਂ, ਤੇ ਦਿਨੇ ਤਪਨ ਅੰਗਿਆਰ। किस तरह महक टूना कर देती है मेरे पे।
ਮੇਰੇ ਲਹੂ ਦਾ ਹਰ ਇੱਕ ਕਤਰਾ ਮੱਚਣ ਲੱਗ ਪੈਂਦਾ ਹੈ। ਲੋਈ 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 ਲਾ 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 ਧਰਤੀ ਤੇ ਅੰਬਰ ਚੰਨ ਤੇ ਤਾਰੇ ਤੁਰਦੇ ਨੇ ਇਸ਼ਕੇ ਦੀ ਤੋਰਨੀ ਬੱਚੇ ਨੇ ਪਿਆਰ ਦੀ ਡੋਰਨੀ ਧਰਤੀ ਜ ਤਰਸੇ ਤਾਂ ਧਰਤੀ ਜ ਬਰਸੇ ਚਮ ਚਮ ਛਮ 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 ਕਟਾਕਨ ਘੋਰਨੀ ਨੱਚਦਾ ਏ ਕਣੀਆਂ ਚ ਮੋਰਨੀ ਮੇੜੇ ਚ ਵਸਦੇ ਐ ਬੂਟੇ ਨਾ ਨਸਦੇ ਮੇੜੇ ਚ ਵਸਦੇ ਐ ਬੂਟੇ ਨਾ ਨਸਦੇ ਪੱਤੇ ਵੀ ਜਾਂਦੇ ਨੇ ਦੌੜਨੀ ਮੌਸਮ ਚ ਫੁੱਟ ਪੈਂਦੇ ਹੋਰਨੀ ਲੋਈ 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 ਲਾ 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 ਸ਼ੁਕਰ ਹੈ, ਲੱਭਦਾ ਲੱਖ ਲੱਖ ਸ਼ੁਕਰ ਹੈ। ਮੈਨੂੰ ਅੱਜ ਤੱਕ ਕਦੀ ਯਕੀਨ ਨਹੀਂ ਸੀ ਆਇਆ ਕਿ ਇਹ ਤੁਹਾਡਾ ਰਾਤਾਂ ਨੂੰ ਆਣਾ ਸਿਰਫ ਮੇਰੀ ਕਲਪਨਾ ਹੈ ਜਾਂ ਹਕੀਕਤ। ਦਿਨ ਵੇਲੇ ਤੁਹਾਡੀਆਂ ਤੋੜੀਆਂ ਭਰੀਆਂ ਮੱਥਾ ਵੇਖਦੀ ਤਾਂ ਮੈਂ ਸੋਚਦੀ ਕਿ ਇਹ ਰਾਤਾਂ ਦੀ ਕਹਾਣੀ ਸਿਰਫ ਮੇਰੀ ਕਲਪਨਾ ਹੈ, ਹੋਰ ਕੁਝ ਨਹੀਂ। ਸ਼ਾਮ ਹੁੰਦੀ ਤਾਂ ਮੇਰੀ ਅਸਲੀ ਚਿੰਤਾ ਸ਼ੁਰੂ ਹੁੰਦੀ। ਮੈਂ ਅੱਖਾਂ ਮੀਟ ਕੇ ਲੇਟ ਜਾਂਦੀ, ਅੱਖਾਂ ਖੋਲਦੀ ਤਾਂ ਕੀ ਦੇਖਦੀ? ਉਹੀ ਕੰਧਾਂ, ਉਹੀ ਛੱਤ। ਤੀਜੇ ਪਹਿਰ ਵਿੱਚ ਬਿੜਕਾ ਲੈ ਕੇ ਵਕਤ ਗੁਜ਼ਾਰਦੀ। ਘਰਾਂ ਨੂੰ ਮੁੜਦੇ ਪਸ਼ੂਆਂ ਦੀਆਂ ਟੱਲੀਆਂ ਦੀ ਆਵਾਜ਼ਾਂ ਸੁਣਦੀ ਤੇ ਮੈਂ ਸਮਝ ਜਾਂਦੀ ਕਿ ਸੂਰਜ ਡੁੱਬ ਗਿਆ ਹੈ। ਪੰਛੀਆਂ ਦਾ ਚੀਕ ਚਿਹਾੜਾ ਸੁਣਦੀ ਤੇ ਸਮਝ ਜਾਂਦੀ ਕਿ ਲੋਡਾ ਵੇਲਾ ਟੱਪ ਗਿਆ ਹੈ। ਬੀਂਡਿਆਂ ਦੀ ਆਵਾਜ਼ ਰਾਤ ਦਾ ਸੁਨੇਹਾ ਦਿੰਦੀ, ਉਡੀਕ ਤਿੱਖੀ ਹੋ ਜਾਂਦੀ, ਹੁਣੇ ਉਹ ਆਏਗਾ। ਜੇ ਅੱਜ ਰਾਤ ਉਹ ਨਾ ਆਇਆ ਤਾਂ, ਜੇ ਅੱਜ ਰਾਤ ਰਾਣੀ ਦਾ ਬੂਟਾ ਨਾ ਮਹਿਕਿਆ ਤਾਂ, ਰਾਣੀ ਦਾ ਬੂਟਾ ਨਾ ਮਹਿਕਿਆ, ਹਰ ਰਾਤ ਪੈਂਦੇ ਇਹੀ ਚੌਰਾਂ ਹੱਡੀਆਂ ਨੂੰ ਖੋਰਨ ਲੱਗ ਪੈਂਦਾ। ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ, ਹੁਣ ਮੇਰੇ ਸਾਰੇ ਸੰਸੇ ਦਾ ਲੱਖ ਲੱਖ, ਹੁਣ ਮੇਰੇ ਕੋਲ ਪੱਕਾ ਸਬੂਤ ਹੈ। ਹੁਣ ਮੇਰੇ ਸਾਰੇ ਸੰਸੇ ਦੂਰ ਹੋ ਗਏ। ਕਿਹੜਾ ਸਬੂਤ ਰਾਣੀ? ਹੁਣ ਮੇਰੀ ਕੁੱਖ ਵਿੱਚ ਇੱਕ ਨਵੀਂ ਜਿੰਦ ਤੜਕਦੀ ਹੈ। ਹੁਣ ਸਾਡੇ ਵੇਲੇ ਇੱਕ ਨਿੱਕਾ ਜਿਹਾ ਬਾਲ ਖੇਡੇਗਾ। ਤੁਹਾਨੂੰ ਮੇਰੀ ਗੱਲ ਸੁਣ ਕੇ ਖੁਸ਼ੀ ਨਹੀਂ? ਤੁਹਾਨੂੰ ਮੇਰੀ ਗੱਲ ਸੁਣ ਕੇ ਖੁਸ਼ੀ ਨਹੀਂ ਹੋਈ? ਕੀ ਕਰਾਂ ਮੈਂ? ਕੀ ਕਰਾਂ ਮੈਂ? ਹੱਸਾਂ ਜਾਂ ਰੋਵਾਂ? ਚਾਹੇ ਨਾ ਕੰਧਾਂ ਨਾਲ ਆਪਣਾ ਸਿਰ ਮਾਰਾਂ, ਚਾਹੇ ਨਾ ਕੰਧਾਂ ਨਾਲ ਆਪਣਾ ਸਿਰ ਮਾਰਾਂ। ਮੈਂ ਸੋਚਿਆ ਸੀ ਤੁਸੀਂ ਮੇਰੀ ਅੱਜ ਦੀ ਗੱਲ ਸੁਣ ਕੇ ਖੁਸ਼ੀ ਨਾਲ ਝੂਮ ਉੱਠੋਗੇ, ਮੈਨੂੰ ਬਾਹਾਂ 'ਚ ਲੈ ਕੇ ਮੇਰੇ ਨਾਲ ਲਾਡ ਕਰੋਗੇ, ਮੇਰੀ ਕੁੱਖ ਵਿੱਚ ਉਹਦੀ ਧੜਕਨ ਸੁਣੋਗੇ, ਉਹਨੂੰ ਚੁੰਮੋਗੇ। ਪਰ ਅਸਲ ਗੱਲ ਤਾਂ ਇਹ ਹੈ ਕਿ ਮੈਂ ਪਹਿਲਾਂ ਤੋਂ ਹੀ ਡਰਦੀ ਸੀ, ਐਸੇ ਲਈ ਚੁੱਪ ਸੀ। ਅਜੇ ਅਸੀਂ ਦੋ ਜਣੇ ਇੰਨੀ ਅਜੀਬ ਜ਼ਿੰਦਗੀ ਜੀ ਰਹੇ ਸੀ ਕਿ ਹੁਣ ਇੱਕ ਤੀਜੀ ਜਾਨ ਸਾਡੇ ਵਿਚਕਾਰ ਆ ਗਈ। ਮੈਨੂੰ ਸਮਝ ਨਹੀਂ ਸੀ ਆਉਂਦਾ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ, ਐਸੇ ਲਈ ਮੈਂ ਚੁੱਪ ਸੀ। ਤੇ ਮੇਰਾ ਡਰ ਸੱਚਾ ਨਿਕਲਿਆ। ਤੁਹਾਨੂੰ ਬੱਚੇ ਦੀ ਖਬਰ ਸੁਣ ਕੇ ਖੁਸ਼ੀ ਨਹੀਂ ਹੋਈ? ਤੁਹਾਨੂੰ ਇਸ ਗੱਲ ਦਾ ਮਾਣ ਮਹਿਸੂਸ ਨਹੀਂ ਹੋਇਆ ਕਿ ਮੈਂ ਮਾਂ ਬਣੀ? ਕਦੇ ਕਦੇ ਤੁਹਾਡਾ ਲਹੂ ਇੰਨਾ ਠੰਡਾ ਹੋ ਜਾਂਦਾ ਕਿ ਮੈਨੂੰ ਲੱਗਦਾ ਤੁਸੀਂ ਇਨਸਾਨ ਨਹੀਂ, ਕੁਝ ਹੋਰ ਹੋ। ਦੇਖੋ ਆਪਣਾ ਬੱਚਾ ਸਾਹ ਲੈ ਰਿਹਾ ਹੈ। ਉਹ ਇਸ ਹਨੇਰੇ ਵਿੱਚ ਬੈਠਾ ਸਾਰੇ ਜਹਾਨ ਦੀ ਆਵਾਜ਼ਾਂ ਸੁਣਦਾ ਹੈ, ਜਿਸ ਤਰ੍ਹਾਂ ਮੈਂ ਸੁਣਦੀ ਹਾਂ ਸਾਰਾ ਦਿਨ। ਰਾਣੀ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੂੰ ਇੰਨਾ ਚਿਰ ਮੇਰੇ ਤੋਂ ਇਹ ਗੱਲ ਲੁਕੋ ਕੇ ਰੱਖੀ।
ਤੇ ਹੁਣ ਇਸ ਤੋਂ ਬਾਅਦ ਵੀ ਇਸ ਨੂੰ ਪੇਟ ਬਣਿਆ ਰਹਿੰਦਾ ਕਿਸ ਕੋਲੋਂ ਪੇ ਮੇਰੇ ਕੋਲੋਂ। ਇਹ ਤੁਸੀਂ ਕੀ ਕਹਿ ਰਹੇ ਹੋ? ਤੁਹਾਨੂੰ ਤਾਂ ਮੈਂ ਦੱਸ ਚੁੱਕੀ ਹਾਂ। ਮੈਂ ਜਾਣਦਾ ਰਾਣੀ ਹੁਣੇ ਜ਼ਿਆਦਾ ਦਿਨ ਪੇਟ ਨਹੀਂ ਬਣਿਆ ਰਹਿ ਸਕਦਾ, ਪਰ ਜਿੱਥੋਂ ਤੱਕ ਹੋਏ ਉਹੀ ਕਰੀ ਜੋ ਮੈਂ ਤੈਨੂੰ ਕਹਾ ਤੇ ਕਦੀ ਕੋਈ ਸਵਾਲ ਨਾ ਕਰੇ ਰਾਣੀ। ਅੱਛਾ, ਉਹੀ ਕਰਾਂ ਜੋ ਤੁਸੀਂ ਕਹਿੰਦੇ ਹੋ ਤੇ ਕਦੇ ਕੋਈ ਸਵਾਲ ਨਹੀਂ ਕਰਾਂ। ਮੈਂ ਉਹੀ ਕਰਾਂਗੀ ਜੋ ਤੁਸੀਂ ਕਹਿੰਦੇ ਹੋ ਤੇ ਕਦੇ ਕੋਈ ਸਵਾਲ ਨਹੀਂ ਕਰਾਂਗੀ। ਦਿਨ ਵੇਲੇ ਪਿਉੜੀਆਂ ਤੇ ਰਾਤ ਨੂੰ ਗਲਬਕੜੀਆਂ, ਦਿਨ ਦਾ ਚਿਹਰਾ ਰਾਤ ਦੀ ਛੋ ਨਾਲੋਂ ਕਿੰਨਾ ਬੇਪਹਿਚਾਨ ਤੇ ਓਪਰਾ। ਪਰ ਦਿਨ ਹੋਵੇ ਜਾਂ ਰਾਤ, ਇਹ ਫਰਮਾਨ ਨਹੀਂ ਬਦਲਦਾ, ਕਦੇ ਕੋਈ ਸਵਾਲ ਨਾ ਕਰ, ਉਹੀ ਕਰ ਜੋ ਮੈਂ ਕਹਿੰਦਾ। ਚੰਗਾ ਹੁੰਦਾ ਜਿਵੇਂ ਇੱਕ ਬਾਂਝ ਹੁੰਦੀ, ਜਿਵੇਂ ਬਾਂਝ ਹੁੰਦੀ, ਤਾਂ ਵੀ ਮੈਂ ਇਹ ਸੋਚ ਕੇ ਜ਼ਿੰਦਗੀ ਗੁਜ਼ਾਰ ਦਿੰਦੀ ਕਿ ਇਹ ਸੁਪਨਾ ਹੈ ਜਾਂ ਹਕੀਕਤ। ਪਰ ਸੁਪਨੇ ਤਾਂ ਸਾਡੇ ਦਿਲੋਂ ਦਿਮਾਗ ਵਿੱਚ ਹੁੰਦੇ ਨੇ ਨਾ। ਐਡੀਆਂ ਡੂੰਘੀਆਂ ਜੜ੍ਹਾਂ ਤਾਂ ਮੇਰੀ ਕੁੱਖ ਵਿੱਚ ਸਾਹ ਲੈਂਦੀਆਂ ਨੇ। ਕੀ ਕਰਾਂ ਮੈਂ? ਰਾਣੀ ਦਿਨ ਚੜ ਗਿਆ। ਮੈਨੂੰ ਹੁਣ ਜਾਣਾ ਚਾਹੀਦਾ। ਹਿੰਮਤਕਾਰੇ, ਮੈਂ ਤੈਨੂੰ ਅੰਦਰ ਤਾੜ ਕੇ ਚੰਦਰਾ ਲਾਇਆ ਸੀ, ਤਾਂ ਵੀ ਤੂੰ ਆਪਣੇ ਲਈ ਯਾਰ ਲੱਭ ਲਿਆ। ਮੈਂ ਕੋਈ ਗੁਨਾਹ ਨਹੀਂ ਕੀਤਾ। ਦੱਸ ਕੌਣ ਹੈ? ਕੋਈ ਗੁਨਾਹ ਨਹੀਂ ਕੀਤਾ। ਤੂੰ ਮੇਰੇ ਮੱਥੇ ਤੇ ਕਲੰਕ ਲਾ ਦਿੱਤਾ, ਮੈਨੂੰ ਕਿਸੇ ਨੂੰ ਮੂੰਹ ਖਾਣ ਜੋਗਾ ਨਹੀਂ ਛੱਡਿਆ। ਠੀਕ ਹੈ, ਮੈਂ ਇਸ ਹਰਾਮ ਦੇ ਤੁਖਮ ਨੂੰ ਉਹਨੇ ਚੀਰ ਕੇ ਰੱਖ ਦਿਆਂਗਾ, ਮਿੱਟੀ ਚਲਾ ਦਿਆਂਗਾ ਗੰਦਾ ਪਲੀਤ ਖੂਨ। ਸੱਪ ਕਿੱਥੇ ਹੈ? ਸੱਪ ਕਿੱਥੇ ਹੈ? ਸੱਪ ਬੁਆ ਖੋਲ, मैं कहना बुआ खोल बदकारे। ठीक है, मैं उन्हें पंचायत इकट्ठी करना कि तेन तेल की कड़ाई च ना सिपाया तो मेरा नाम ही शामा नहीं। ਸਾਰੇ ਪਿੰਡ ਦੇ ਸਾਹਮਣੇ ਮੇਰਾ ਨੰਗੇਜ਼ ਨਸ਼ਰ ਕਰਨ ਤੇ ਤੁਲੇ ਹੋ। ਤੁਸੀਂ ਮੈਨੂੰ ਐਵੇਂ ਹੀ ਕਿਉਂ ਨਹੀਂ ਮਾਰ ਦਿੰਦੇ? ਰਾਣੀ ਕੱਲ ਪਿੰਡ ਦੀ ਪੰਚਾਇਤ ਬੈਠੇਗੀ, ਤੈਨੂੰ ਉੱਥੇ ਬੁਲਾਇਆ ਜਾਏਗਾ। ਹੁਣ ਇਹ ਟਲ ਨਹੀਂ ਸਕਦਾ। ਤੁਸੀਂ ਇੰਜ ਗੱਲ ਕਰਦੇ ਹੋ ਜਿਵੇਂ ਇਹ ਸਾਰਾ ਕੁਝ ਕਿਸੇ ਹੋਰ ਨੇ ਕੀਤਾ ਹੋਏ। ਆਖਰ ਤੁਸੀਂ ਆਪ ਹੀ ਪੰਚਾਇਤ ਕੋਲ ਸ਼ਿਕਾਇਤ ਕੀਤੀ ਹੈ। ਤੁਸੀਂ ਇਹ ਵੀ ਤਾਂ ਕਹਿ ਸਕਦੇ ਹੋ ਕਿ ਮੇਰਾ ਸ਼ੱਕ ਝੂਠਾ ਸੀ। ਤੁਸੀਂ ਆਪਣੀ ਸ਼ਿਕਾਇਤ ਵਾਪਸ ਲੈ ਸਕਦੇ ਹੋ। ਮੈਨੂੰ ਇਸ ਗੱਲ ਦਾ ਦੁੱਖ ਹੈ ਰਾਣੀ, ਪਰ ਜੋ ਕੁਝ ਵੀ ਹੋ ਚੁੱਕਿਆ ਵਾਪਸ ਮੁੜ ਨਹੀਂ ਸਕਦਾ।
ਕੱਲ ਨੂੰ ਪੰਚਾਇਤ ਜਦੋਂ ਤੈਨੂੰ ਪੁੱਛੇ ਤਾਂ ਤੂੰ ਆਖੀ ਮੈਂ ਕੋਈ ਗੁਨਾਹ ਨਹੀਂ ਕੀਤਾ। ਤੂੰ ਆਖੀ ਕਿ ਮੈਂ ਨਾਗ ਪ੍ਰੀਖਿਆ ਦੇਵਾਂਗੀ। ਨਾਗ ਪਰੀਖਿਆ? ਹਾਂ ਰਾਣੀ, ਉਹ ਕਿਸ ਤਰ੍ਹਾਂ? ਸਾਹਮਣੇ ਬੋਰਡ ਦੇ ਹੇਠ ਇੱਕ ਸ਼ੇਸ਼ਨਾਗ ਦੀ ਖੁੱਡ ਹੈ। ਤੂੰ ਖੁੱਡ ਦੇ ਵਿੱਚ ਹੱਥ ਪਾਈ ਤੇ ਸ਼ੇਸ਼ਨਾਗ ਨੂੰ ਬਾਹਰ ਕੱਢ ਲਈ ਤੇ ਉਸ ਨੂੰ ਹੱਥ ਵਿੱਚ ਫੜ ਕੇ ਸਹੁੰ ਖਾਈ। ਪਰ ਹਾਂ, ਕਹੀਂ ਉਹੀ ਜੋ ਸੱਚ ਹੋਵੇ। ਕਿਹੜਾ ਸੱਚ? ਕਿ ਮੈਂ ਪੰਚਾਇਤ ਨੂੰ ਇਹ ਦੱਸਾਂ ਕਿ ਮੇਰਾ ਪਤੀ ਦਿਨ ਵੇਲੇ ਆਪਣੀਆਂ ਰਾਤਾਂ ਨੂੰ ਭੁੱਲ ਜਾਂਦਾ ਹੈ? ਚਾਹੇ ਕਿ ਮੇਰਾ ਪਤੀ ਸ਼ੇਸ਼ਨਾਗ ਨੂੰ ਮਾਰਨ ਲਈ ਕੁੱਤਾ ਤੇ ਨਿਉਲਾ ਲੈ ਕੇ ਆਇਆ ਸੀ, ਜਾਂ ਫਿਰ ਇਹ ਦੱਸਾਂ ਕਿ ਹੁਣ ਅਚਾਨਕ ਮੇਰੇ ਪਤੀ ਨੂੰ ਇਹ ਪਤਾ ਲੱਗ ਗਿਆ ਕਿ ਸ਼ੇਸ਼ਨਾਗ ਕੀ ਕਰੇਗਾ ਤੇ ਕੀ ਨਹੀਂ ਕਰੇਗਾ। ਰਾਣੀ ਪੰਚਾਇਤ ਨੂੰ ਕੁਝ ਵੀ ਦੱਸੀ, ਪਰ ਦੱਸੀ ਉਹੀ ਜੋ ਸੱਚ ਹੋਵੇ। ਜੋ ਝੂਠ ਹੋਏ, ਤਾਂ ਸ਼ੇਸ਼ਨਾਗ ਡੰਗ ਮਾਰੇਗਾ। ਜੋ ਮੈਂ ਸੋਚਦੀ ਹਾਂ ਸੱਚ ਹੈ, ਜੋ ਸੱਚ ਨਾ ਹੋਵੇ ਤਾਂ ਵੀ ਸ਼ੇਸ਼ਨਾਗ ਨੂੰ ਡੰਗ ਮਾਰਨਾ ਪਏ। ਰਾਣੀ, ਇਸ ਦਾ ਕੋਈ ਅਰਥ ਨਹੀਂ ਕਿ ਤੂੰ ਕੀ ਸੋਚਦੀ ਹੈ। वो सिर्फ सच होना चाहिए। तो फिक्र ना कर रानी, कल ਨੂੰ ਤੈਨੂੰ ਉਹ ਸਭ ਕੁਝ ਮਿਲ ਜਾਏਗਾ ਜੋ ਤੂੰ ਚਾਹਿਆ ਸੀ। ਮੈਨੂੰ ਆਪਣੀਆਂ ਬਾਹਾਂ 'ਚ ਲੈ ਲਓ। ਮੈਨੂੰ ਡਰ ਲੱਗਦਾ ਹੈ। ਸ਼ੇਸ਼ਨਾਗ ਤੋਂ ਨਹੀਂ, ਮੌਤ ਤੋਂ ਵੀ ਨਹੀਂ, ਤੁਹਾਡੇ ਤੋਂ। ਤੁਸੀਂ ਕਹਿੰਦੇ ਹੋ ਕਿ ਤੁਸੀਂ ਕੱਲ ਨੂੰ ਮੇਰੇ ਹੋ ਜਾਓਗੇ, ਫਿਰ ਤੁਹਾਡਾ ਦਿਲ ਹਥੌੜੇ ਵਾਂਗ ਕਿਉਂ ਵੱਜ ਰਿਹਾ? ਮੈਂ ਅੱਜ ਤੱਕ ਇਹਦੀ ਧੜਕਨ ਸੁਣੀ ਨਹੀਂ ਸੀ, ਅੱਜ ਜਾਲ ਵਿੱਚ ਫਸੇ ਪੰਖੇਰੂ ਵਾਂਗ ਕਿਉਂ ਫੜਫੜਾ ਰਿਹਾ ਹੈ? ਕਿ ਹੁਣ ਤੁਹਾਨੂੰ ਬੱਚੇ ਦਾ ਜਨਮ ਵੀ ਬੁਰਾ ਨਹੀਂ ਲੱਗੇਗਾ? ਹੁਣੇ ਰਾਤ बीत जाएगी, सवेर हो जाएगी, पर ਇਹ ਸਵੇਰ ਦੂਜੀਆਂ ਸਵੇਰਾਂ ਵਰਗੀ ਨਹੀਂ ਹੋਏਗੀ। ਕੱਲ ਦਾ ਦਿਨ ਦੂਜੇ ਦਿਨਾਂ ਵਰਗਾ ਨਹੀਂ ਹੋਏਗਾ। ਮੈਂ ਚਾਹੁੰਦੀ ਹਾਂ ਅੱਜ ਦੀ ਰਾਤ ਨਾ ਬੀਤੇ। ਮੈਂ ਚਾਹੁੰਦੀ ਹਾਂ ਕੁਝ ਨਾ ਬਦਲੇ। ਸਾਰੇ ਪਹੁੰਚ ਗਏ। ਨਗਰ ਨਿਵਾਸੀਓ, ਜਦੋਂ ਵੀ ਕੋਈ ਆਦਮੀ ਆਪਣੀ ਔਰਤ ਦੇ ਧਰਮ ਤੇ ਸ਼ੱਕ ਕਰਦਾ ਹੈ, ਸਾਡਾ ਸਾਰੇ ਨਗਰ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਸੱਚੀ ਗੱਲ। ਇਹੀ ਮਸਲਾ ਲੈ ਕੇ ਸ਼ਾਮਾ ਪੰਚਾਇਤ ਕੋਲ ਆਇਆ ਵੀ ਸਾਨੂੰ ਕੋਈ ਨਾ ਕੋਈ ਨਿਬੇੜਾ ਕਰਨਾ ਪੈਣਾ। ਜ਼ਰੂਰ ਕਰਨਾ ਹੀ ਪੈਣਾ। ਸ਼ਾਮੇ ਦਾ ਕਹਿਣਾ ਹੈ ਕਿ ਉਹਨੇ ਆਪਣੀ ਘਰਵਾਲੀ ਨਾਲ ਇੱਕ ਵਾਰ ਵੀ ਸੰਗ ਨਹੀਂ ਕੀਤਾ, ਫਿਰ ਵੀ ਉਹਦੀ ਕੁੱਖ ਵਿੱਚ ਬਾਲ ਪਲ ਰਹੇ। ਬਾਲ ਪਾਲ ਰਿਹਾ। ਆਪਣੇ ਨਗਰ ਵਿੱਚ ਪਿਛਲੇ ਸਮਿਆਂ ਤੋਂ ਅਗਨੀ ਪ੍ਰੀਖਿਆ ਦੀ ਰੀਤ ਚੱਲੀ ਆ ਰਹੀ ਹੈ। ਸ਼ਾਮੇ ਦੀ ਘਰਵਾਲੀ ਨੇ ਬੜੀ ਭਿਆਨਕ ਪ੍ਰੀਖਿਆ ਚੋਣ ਕੀਤੀ ਹੈ, ਨਾਗ ਪ੍ਰੀਖਿਆ ਦੀ। ਨਾਗ ਪ੍ਰੀਖਿਆ? ਜਿਸ ਤਰ੍ਹਾਂ ਕਿ ਨਾਗ ਪ੍ਰੀਖਿਆ ਦਾ ਸਮਾਚਾਰ ਸੁਣ ਕੇ ਦੂਰੋਂ ਨੇੜੇ ਲੋਕਾਂ ਦੇ ਅਣਚੁੰਡ ਇਕੱਠੇ ਹੋਏ ਨੇ। ਆਏ ਹੋਏ। ਭਈ ਅੱਜ ਦੀ ਪੰਚਾਇਤ ਤਾਂ ਮੇਲੇ ਵਾਂਗ ਭਰੀ ਹੋਈ ਹੈ। ਬਿਲਕੁਲ। ਅਸੀਂ ਇਸ ਬੱਚੀ ਨੂੰ ਬੜਾ ਸਮਝਾਇਆ ਅਤੇ ਸ਼ਾਮੇ ਨੂੰ ਵੀ। ਸ਼ਾਮਾ ਪ੍ਰੀਖਿਆ ਲੈਣ ਲਈ ਬਸਦਾ ਹੈ
ਤੇ ਉਹਦੇ ਘਰ ਵਾਲੀ ਇਸ ਭਿਆਨਕ ਨਤੀਜੇ ਨੂੰ ਭੁਗਤਣ ਵਾਸਤੇ ਤਿਆਰ ਹੈ। ਦੇਖ ਬੱਚੀਏ, ਸਾਡੀ ਗੱਲ ਧਿਆਨ ਨਾਲ ਸੁਣ ਲੈ। ਨਾਗ ਦੇ ਡੰਗਣ ਨਾਲ ਇੱਕ ਤਾਂ ਤੇਰੀ ਜਾਨ ਜਾਏਗੀ, ਦੂਜੀ ਤੇਰੀ ਕੁੱਖ 'ਚ ਪਲਦੇ ਬੱਚੇ ਦੀ ਵੀ ਜਾਨ ਜਾਏਗੀ। ਅਸੀਂ ਦੋ ਪਾਪਾਂ ਦੇ ਭਾਗੀ ਹੋਵਾਂਗੇ, ਇੱਕ ਤੇਰੀ ਮੌਤ ਦੇ ਤੇ ਇੱਕ ਤੇਰੇ ਅਣਜੰਮੇ ਬੱਚੇ ਦੀ ਮੌਤ ਦੀ। ਸਾਰੇ ਪਿੰਡ ਨੂੰ ਤੇ ਸਾਰੀ ਪੰਚਾਇਤ ਨੂੰ ਪਾਪ ਲੱਗੂਗਾ। ਹਾਂ ਕੁੜੀਏ, ਵਕਤ ਹੈ, ਸੋਚ ਲੈ, ਐਵੇਂ ਪਾਗਲਪਨ ਨਾ ਕਰ। ਮੈਂ ਤੁਹਾਡੇ ਸਭ ਤੋਂ ਬਹੁਤ ਛੋਟੀ ਤੇ ਬੇਸਮਝ ਹਾਂ। ਮੈਂ ਬਹੁਤਾ ਕੁਝ ਨਹੀਂ ਜਾਣਦੀ, ਪਰ ਮੇਰੀ ਇਹ ਬੇਨਤੀ ਪ੍ਰਵਾਨ ਕਰ ਲਵੋ। ਮੈਂ ਨਾਗ ਪ੍ਰੀਖਿਆ ਹੀ ਦੇਵਾਂਗੀ। ਠੀਕ ਹੈ, ਸਾਨੂੰ ਮਨਜ਼ੂਰ ਹੈ। ਇੱਧਰ ਸ਼ੇਸ਼ਨਾਗ ਦੀ ਖੁਦ ਕੋਲ ਆ ਜਾ, ਝੂਠ ਸੱਚ ਦਾ ਨਿਤਾਰਾ ਹੋ ਜਾਊਗਾ। ਮੈਨੂੰ ਸ਼ੇਸ਼ਨਾਗ ਤੋਂ ਬਹੁਤ ਡਰ ਲੱਗਦਾ ਹੈ। ਰੱਬ ਦਾ ਵਾਸਤਾ ਮੈਨੂੰ ਬਚਾ ਲੈ। ਹਟ ਪਰਾ ਬਤਕਾਰੇ। ਸ਼ਾਮੇ ਐਵੇਂ ਨਾ ਕੁੜੀ ਨੂੰ ਚੜ੍ਹ। ਸ਼ੇਸ਼ਨਾਗ ਨੂੰ ਦੇਖ ਕੇ ਵੱਡੇ ਵੱਡੇ ਕੰਮ ਜਾਂਦੇ ਨੇ। ਇਹ ਤਾਂ ਵਿਚਾਰੀ ਤਾਂ ਬੱਚੀ ਨਿਆਣੀ ਹੈ। ਕੇਸ਼ੋ, ਕੇਸ਼ੋ ਪੁੱਤ, ਤੈਨੂੰ ਮੇਰੀ ਆਵਾਜ਼ ਨਹੀਂ ਸੁਣਦੀ? ਕੇਸ਼ੋ, ਤਾਈ ਪੁੱਤੀ, ਕੁੜੀ, ਤੈਨੂੰ ਪਤਾ ਮੇਰਾ ਪੁੱਤ ਕਿੱਥੇ ਹੈ? ਉਹ ਮੈਨੂੰ ਇਸ ਤਰ੍ਹਾਂ ਕਿਉਂ ਖਪਾਉਂਦਾ? ਤਾਈ ਮੈਂ ਰਾਣੀ ਆ ਰਾਣੀ, ਮੈਨੂੰ ਦੱਸ ਮੈਂ ਕੀ ਕਰਾਂ ਤਾਈ? ਜਦੋਂ ਮੇਰੀ ਚਾਕ ਖੁੱਲੀ ਤਾਂ ਅੱਧੀ ਰਾਤ ਸੀ। ਉਹ ਆਪਣੇ ਮੰਜੇ ਤੇ ਨਹੀਂ ਸੀ, ਸਿੱਧਾ ਸਥਿਰ ਖੜਾ ਸੀ ਥੰਮੀ ਵਾਂਗ। ਮੈਂ ਸਮਝ ਗਈ ਕਿ ਘਰ ਵਿੱਚ ਕੋਈ ਹੋਰ ਵੀ ਹੈ, ਕੋਈ ਤੀਜਾ। ਕੌਣ ਸੀ ਉਹ? ਜੇ ਮੇਰੀਆਂ ਅੱਖਾਂ ਹੁੰਦੀਆਂ ਤਾਂ ਮੈਂ ਦੇਖ ਲੈਂਦੀ, ਪਛਾਣ ਲੈਂਦੀ, ਪਰ ਇਹਨਾਂ ਠੀਕਰਾਂ ਨਾਲ ਮੈਂ ਕੀ ਦੇਖਦੀ? ਜਦੋਂ ਉਹ ਮੈਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਸੀ ਤਾਂ ਮੈਂ ਉਸਦੀ ਆਵਾਜ਼ ਨਹੀਂ ਸੀ ਸੁਣਦੀ। ਉਹ ਕੋਈ ਹੋਰ ਜਹਾਨ ਦੀ ਟੁੰਡਿਆਰ ਨਹੀਂ ਸੀ, ਕੋਈ ਪ੍ਰੇਤ ਆਤਮਾ ਜਾਂ ਕੋਈ ਨਾਗ ਕੰਨਿਆ। ਉਹ ਕੋਈ ਆਤਮਜਾਤ ਨਹੀਂ ਸੀ। ਕਿਹੜੀ ਔਰਤ ਇੰਨੀ ਰਾਤ ਕੇ ਸਾਡੇ ਘਰ ਆ ਸਕਦੀ ਸੀ? ਮੈਂ ਬੜਾ ਰੌਲਾ ਪਾਇਆ। ਮੈਂ ਪੁੱਛਿਆ, ਤੂੰ ਕੌਣ ਹੈ? ਤੂੰ ਸਾਡੇ ਤੋਂ ਕੀ ਮੰਗਦੀ ਹੈ? ਅਚਾਨਕ ਸ਼ੁਕ ਦੀ ਹਵਾ ਦੇ ਬੁੱਲੇ ਦੇ ਨਾਲ ਬੂਹੇ ਖਿੜਕੀਆਂ ਹਿਲ ਗਈਆਂ ਤੇ ਉਹ ਮੇਰੀ ਬਾਹ ਵਿੱਚ ਤੇ ਲੱਗ ਗਿਆ ਤੇ ਫਿਰ ਕਦੇ ਮੁੜ ਕੇ ਨਹੀਂ ਆਇਆ। ਮੈਂ ਹੁਣ ਉਸੇ ਤਲਾਸ਼ ਵਿੱਚ ਤੜਤੜ ਭਟਕਦੀ ਫਿਰਦੀ ਹਾਂ। ਸਾਰੇ ਸੋਚਦੇ ਨੇ ਮੈਂ ਪਾਗਲ ਹੋ ਗਈ ਹਾਂ। ਮੈਨੂੰ ਪਤਾ ਹੈ ਉਹ ਇਸ ਪਿੰਡ ਵਿੱਚ ਹੈ ਨਹੀਂ ਤੇ ਉਸਨੇ ਕਦੇ ਮੁੜ ਕੇ ਨਹੀਂ ਆਣਾ। ਪਰ ਮੈਂ ਕੀ ਕਰਾਂ? ਕਿਸ ਤਰ੍ਹਾਂ ਬੈਠੇ ਰਹਾਂ? ਮੇਰੇ ਪੈਰ ਆਪੇ ਟੁਰ ਪੈਂਦੇ ਨੇ ਉਸ ਨੂੰ ਪਾਲਣ। ਚਲਦੀ ਆ, ਇੱਥੇ ਬੈਠ ਕੇ ਕਾਤੋਂ ਜਈ ਸਮਾਗਮਾਂ ਢੋਲਦੀ ਆਂ ਆਪਣੇ ਪੁੱਤ ਨੂੰ। ਕੇਸ਼ੋ, ਕੇਸ਼ੋ ਪੁੱਤ, ਕੇਸ਼ੋ, ਤੈਨੂੰ ਮੇਰੀ ਆਵਾਜ਼ ਨਹੀਂ ਸੁਣਦੀ? ਕੇਸ਼ੋ, ਇਸ ਵਿਚਾਰੀ ਨੂੰ ਕਿਉਂ ਇੰਨਾ ਦੁੱਖ ਝੇਲਣਾ ਪਿਆ? ਕੇਸ਼ੋ, ਕੀ ਸੱਚਮੁੱਚ ਕਿਸੇ ਹੋਰ ਜਹਾਨ ਦੀਆਂ ਖੁਆਇਸ਼ਾਂ ਸਿੱਧੀਆਂ ਸਾਡੇ ਸੀਨਿਆਂ ਵਿੱਚ ਆ ਜਾਂਦੀਆਂ ਨੇ? ਜਦੋਂ ਤੋਂ ਮੈਂ ਇਸ ਪਿੰਡ ਵਿੱਚ ਆਈ ਹਾਂ, ਮੈਂ ਆਪਣੇ ਹੱਥ ਨਾਲ ਸਿਰਫ 2 ਜੜਿਆਂ ਨੂੰ ਛੂਹਿਆ। ਇੱਕ ਮੇਰਾ ਪਤੀ ਤੇ ਇੱਕ ਹੈ ਸ਼ੇਸ਼ਨਾਗ।
ਕੁਝ ਮਿਲ ਗਿਆ ਜੋ ਉਹਦੀ ਖੁਆਇਸ਼ ਸੀ, ਇੱਕ ਉਪਾਸਕ ਪਤੀ ਤੇ ਖੁਸ਼ੀਆਂ ਭਰੀ ਜ਼ਿੰਦਗੀ। ਫਿਰ ਕੁਝ ਸਮੇਂ ਬਾਅਦ ਰਾਣੀ ਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ। ਸੋ ਇਸ ਤਰ੍ਹਾਂ ਰਾਣੀ ਆਪਣੇ ਪਤੀ ਤੇ ਬੇਟੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਈ। ਰਾਣੀ ਤਾਂ ਖੁਸ਼ੀ ਰਹਿਣ ਲੱਗ ਪਈ। ਸ਼ੇਸ਼ਨਾਗ ਦਾ ਕੀ ਹੋਇਆ? ਹਾਂ, ਸ਼ੇਸ਼ਨਾਗ, ਆਓ ਮੈਂ ਤੁਹਾਨੂੰ ਦੱਸਦੀ ਹਾਂ। ਇੱਕ ਵਾਰ ਕੀ ਹੋਇਆ, ਸ਼ੇਸ਼ਨਾਗ ਆਪਣੀ ਖੁਦ ਵਿੱਚ ਬੈਠਾ ਹੋਇਆ ਸੀ ਤੇ ਉਸਨੇ ਸੋਚਿਆ ਕਿਉਂ ਨਾ ਮੈਂ ਉੱਥੇ ਜਾ ਕੇ ਇੱਕ ਵਾਰ ਵੇਖਾਂ। ਅਕਸਰ ਕਥਾ ਸੁਣਾਉਂਦੇ ਨਾਗਣੀਆਂ ਜੋ ਨਾਰਾਮਣੀਆਂ ਜ਼ਿਕਰ ਉਹਨਾਂ ਦੇ ਆਉਂਦੇ ਧਰਤੀ ਵਿੱਚੋਂ ਨਾਗ ਨਿਕਲ ਕੇ ਜਦੋਂ ਕਥਾ ਵਿੱਚ ਆਉਂਦੇ ਕਥਾ ਦੀਆਂ ਦਹਲੀਜ਼ਾਂ ਝੂਕੇ ਅਦਭੁਤ ਰੂਪ ਵਟਾਉਂਦੇ ਮੇਰੀ ਰਾਤਾਂ ਦੀ ਮਹਿਕ ਮੇਰੇ ਸੁਪਨਿਆਂ ਦਾ ਖੇੜਾ ਕਿਸੇ ਹੋਰ ਦੀਆਂ ਬਾਹਾਂ ਵਿੱਚ ਕਿਸੇ ਹੋਰ ਦੀ ਸੇਜ ਉੱਤੇ ਕਿਉਂ ਹਰ ਰਾਤ ਉਸਦੇ ਬਦਨ ਦੇ ਦੁਆਲੇ ਉਹ ਨਹੀਂ ਵੇਗ ਨਾਲ ਲਿਪਟਦੀ ਹੋਵੇਗੀ ਕਿ ਅਗਰ ਮੈਂ ਹਾਂ ਕਿਸੇ ਕੰਡੇ ਦੀ ਨੋਕ ਤੋਂ ਲੱਥੀ ਹੋਈ ਕੁੰਜ ਵਾਂਗ ਨਾਗ ਦੀ ਚਮੜੀ ਦਾ ਖਾਲੀ ਖੋਲ नहीं चला जाता मेरे को कोई जरूर मरेगा किसी ने जरूर मरना पड़ेगा क्यों ना मैं उसनू मार दिया ता जो रानी सदा सदा ली मेरी हो जाए मैं सोचता सी मैं आदमजात बन जावा जो उसनू अपनी जात विच ले आवा मैं तो भुल ही गया मैं तो हर मौसम दे विच अपनी कुंज बदलदा मैं जो नाग हाँ नाग मैं जो नाग हाँ नाग काम दा एक दरिया हाँ काम दा एक दरिया हाँ मैं कुदरत हाँ केवल कुदरत मैं कुदरत इच्छा दा पढ़िया हाँ केवल कुदरत इच्छा दा
आज दी रात सुहाग रात है। ਅੱਜ ਦੀ ਰਾਤ ਸੁਹਾਗ ਰਾਤ आज जो आप भी आया, ਅੱਜ ਆਪ ਵੀ मेरा असल भी उस विच शामिल है। ਮੇਰਾ ਅਸਲ ਵੀ ਉਸ ਵਿੱਚ ਸ਼ਾਮਿਲ ਮੈਂ ਤਾਂ ਕੇਵਲ ਛਾਇਆ मैं ता केवल छाया। ਤੇ ਫਿਰ ਉਸਨੇ ਕਿਹਾ ਤੂੰ ਇੱਥੇ ਲੁਕਿਆ ਹੋਇਆ ਸੀ। ਉਸਨੇ ਕਿਹਾ ਹਾਂ ਤੂੰ ਇੱਥੇ ਇੱਥੇ ਲੁਕਿਆ ਹੋਇਆ ਸੀ। हाँ मैं इत्थे लुकिया होया सी। ਬਸ ਹੁਣ ਤੂੰ ਇੱਥੇ ਹੀ ਰਹੀ ਮੇਰੇ ਵਾਲਾਂ ਦੇ ਵਿੱਚ मैं हुण इत्थे ही रवांगा, ਛੋਟਾ ਜਿਹਾ ਬਣ ਕੇ तेरे वालां दे विच ਮੇਰੇ ਵਾਲਾਂ ਹਮੇਸ਼ਾ ਵਿੱਚ ਲਈ। छोटा जिहा बन के हमेशा ਲਈ, ਛੋਟਾ ਜਿਹਾ ਬਣ ਕੇ चुपचाप। ਚੁੱਪ ਜਾ ਹਮੇਸ਼ਾ